ਸ਼ਲੋਕ ਮਹੱਲਾ ਪੰਜਵਾ। ਇੱਥੇ ਫਿਰ ਸ਼ਲੋਕ ਤਾਂ ਪੰਜਵੇਂ ਪਾਤਸ਼ਾਹ ਜੀ ਦਾ ਹੈ, ਪਰ ਨਾ ਕਬੀਰ ਜੀ ਦਾ ਹੈ। ਬਾਣੀ ਗੁਰੂ ਦੀ ਹੈ ਤੇ ਪਰ ਸਿਰੋਂ ਪਾਉ ਕਬੀਰ ਜੀ ਨੂੰ ਦਿੱਤਾ ਹੋਣ ਕਰਕੇ ਕਬੀਰ ਜੀ ਤੋਂ ਹੀ ਇਹ ਸ਼ਲੋਕ ਸਾਨੂੰ ਸਮਝਣਾ ਚਾਹੀਦਾ। ਕਬੀਰ ਸਾਹਿਬ ਜੀ ਦੇ ਪਾਸ ਉਹ ਸਾਧੂ ਆਏ ਤੇ ਆ ਕੇ ਕਹਿਣ ਲੱਗੇ, ਕਬੀਰ ਜੀ ਜਿਸ ਜਗ੍ਹਾ ਜਿਸ ਧਰਤੀ 'ਤੇ ਅਸੀਂ ਬੈਠੇ ਸੀ ਉਹ ਧਰਤੀ ਇੱਕ ਨੰਬਰਦਾਰ ਨੇ ਸਾਡੇ ਕੋਲੋਂ ਖੋਹ ਲਈ ਆ। ਇਹਨਾਂ ਦਾ ਕੰਮ ਇਹੀ ਹੁੰਦਾ, ਝੱਟ ਹੀ ਨੰਬਰ ਬਦਲ ਕੇ ਬੇਈਮਾਨੀ ਵੀ ਕਰ ਦਿੰਦੇ ਨੇ ਤੇ ਆਪਦੇ ਹੱਥੀ ਸਭ ਕੁਛ ਹੁੰਦਾ। ਇਹ ਸੁਣ ਕੇ ਕਬੀਰ ਜੀ ਜਗਿਆਸੂ ਨੂੰ ਸੰਬੋਧਨ ਕਰਦੇ ਹੋਏ ਪਾਵਨ ਸ਼ਲੋਕ ਵਿਚਾਰਦੇ ਹਨ। ਪਟਵਾਰੀ ਨੂੰ ਵੀ ਜੇ ਸਾਲ ਬਾਅਦ 1000 ਦੀ ਪੂਜਾ ਨਾ ਕਰੋ, ਉਹ ਵੀ ਅੱਗੇ ਰਜਿਸਟਰ ਤੇ ਨਾਂ ਨਹੀਂ ਚੜਾਉਂਦਾ। ਫਰਦ ਵੀ ਉਹਦੀ ਨਿਕਲਦੀ ਹੈ ਜੇ ਅਪਡੇਟ ਕਰਾਉਂਦੇ ਰਹੋ। ਮਾਇਆ ਧੇਲੇ ਨਾਲ ਐਸਾ ਸੰਸਾਰ ਦਾ ਸੋ ਸੁਭਾਵ ਹੈ। ਕਬੀਰ ਸਾਹਿਬ ਜੀ ਨੇ ਇਸ ਤਰ੍ਹਾਂ ਸਮਝਾਇਆ। ਕਬੀਰ ਧਰਤੀ ਸਾਧਕੀ। ਪਹਿਲਾ ਅਰਥ ਕਬੀਰ ਭਗਤ ਜੀ ਕਹਿੰਦੇ ਨੇ ਕਿ ਜਿਹੜੀ ਧਰਤੀ ਸੀਗੀ ਇਹ ਤਾਂ ਵਾਹਿਗੁਰੂ ਨੇ ਸਾਧੂ ਸੰਤਾਂ ਦੇ ਚੌਂਕੜਾ ਮਾਰਨ ਲਈ ਬਣਾਈ ਸੀ ਅਤੇ ਝੁੱਗੀ ਝੌਂਪੜੀ ਰਹਿਣ ਬਹਿਣ ਵਾਸਤੇ ਖੁੱਲ੍ਹੇ ਵਿਚਰਨ, ਜਿੱਥੇ ਮਰਜੀ ਬੈਠ ਜਾਣ, ਜਿਸ ਤਰ੍ਹਾਂ ਮਰਜੀ ਸੋ ਨਾਮ ਜਪਣ, ਸੇਵਾ ਕਰਨ ਤੇ ਪਰ ਤਸ ਕਰ ਬੈਸਾ ਹੈ ਗਾਹੇ। ਉਸ ਧਰਤੀ ਨੂੰ ਨੰਬਰਦਾਰ ਰੂਪੀ ਚੋਰ ਦਬਾ ਕੇ ਬੈਠ ਗਿਆ ਹੈ। ਧਰਤੀ ਭਾਰ ਨਾ ਵਿਆਪਾਈ। ਇਹ ਭਾਈ ਸੰਤ ਜਨਾਂ ਨੂੰ ਧਰਤੀ ਦਾ ਬੋਝ ਨਹੀਂ ਲੱਗੇਗਾ। ਕਉ ਲਾਹੂ ਲਾਹੇ। ਕਿਉਂਕਿ ਉਹਨਾਂ ਨੂੰ ਤਾਂ ਲਾਹਾ ਹੀ ਲਾਹਾ ਹੈ, ਪਾਪ ਭਜਨ ਸਿਮਰਨ ਦਾ ਲਾਹਾ ਹੀ ਲਾਹਾ ਹੈ। ਉਹਨਾਂ ਨੇ ਧਰਤੀ ਉੱਤੇ ਮੇਰ ਮਾਰ ਕੇ ਕੀ ਲੈਣਾ, ਆਪਦਾ ਪਰਨਾ ਮੋਢੇ ਤੇ ਪਾਉਣਗੇ ਤੇ ਚੱਲ ਮੇਰੇ ਭਾਈ ਸਤਿਨਾਮ ਵਾਹਿਗੁਰੂ ਕਹਿੰਦੇ, ਇੱਥੇ ਨਹੀਂ ਤਾਂ ਉੱਥੇ ਉੱਠ ਕੇ ਬੈਠ ਜਾਣਗੇ ਜਾ ਕੇ। ਤੇ ਪਰ ਹੁਣ ਕੋ ਲਾਹੂ ਲਾਹੇ, ਜਿਹੜਾ ਉਠਾਉਂਦਾ ਹੈ ਉਹਨਾਂ ਨੂੰ, ਉਹਨਾਂ ਦੇ ਲਾਹੂ ਲਾਏ ਜਾਂਦੇ ਹਨ। ਆ ਜਿਹੜਾ ਭਗਵਾਨ ਦਾਸ ਘੇਰੜ ਸੀਗਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਇਸੇ ਲਈ ਲੜ ਪਿਆ। ਕਹਿੰਦਾ ਤੁਸੀਂ ਨਿਹੰਗੋ, ਜਿੱਥੇ ਮਰਜੀ ਜੇ ਤੁਹਾਡਾ ਦਿਲ ਕਰਦਾ ਤੰਬੂ ਕੱਢ ਕੇ ਬਹਿ ਜਾਂਦੇ ਹੋ। ਪੁੱਛਿਆ ਕਿਸੇ ਨੂੰ, ਇਹ ਜ਼ਮੀਨ ਮੇਰੀ ਹੈ। ਮਾਰੇ ਕਹਿੰਦੇ ਤੂੰ ਕਿੱਥੋਂ ਲਿਆਂਦੀ ਹੋਏ? ਮੁਸਲਮਾਨਾਂ ਦੀ ਚਮਚਾਗਿਰੀ ਕਰਕੇ ਹੀ ਲਿਖਾਈ ਹੈ ਨਾ, ਤੂੰ ਹਿੱਕ ਤੇ ਰੱਖ ਕੇ ਲੈ ਜਾਏਗਾ। 2 ਮਹੀਨੇ ਨੇ ਹੱਥ ਬੰਨ ਕੇ ਬੇਨਤੀ ਹੈ ਵੀ ਗਰੀਬਾਂ ਨੂੰ ਇੱਥੇ ਰਹਿ ਲੈਣ ਦੇ। ਘੋੜਿਆਂ ਨੇ ਪਾਣੀ ਪੀਣਾ ਹੁੰਦਾ, ਦਰਿਆ ਦਾ ਕਿਨਾਰਾ ਹੈ, ਉੱਚੀ ਜਗ੍ਹਾ ਵੇਖ ਕੇ ਸਾਉਣ ਦੇ ਭਾਦਰੋਂ 2 ਮਹੀਨੇ ਕੱਟੇ ਵੀਰ ਬਣ ਕੇ ਲੜਨਾ, ਸ਼ਾਂਤੀ ਨਾਲ ਰਹਿ ਲੈਣਗੇ। ਉਹ ਬੋਲਣ ਲੱਗ ਪਿਆ ਜੀ ਉਲਟਾ ਸਿੱਧਾ। ਮਿੰਗੀ ਜੀ ਪੱਗ ਘੁਮਾ ਲਈ, ਲਾਚਾ ਜਿਹਾ ਮਾਰਿਆ ਹੋਇਆ ਸੀ, ਢਿੱਡ ਗਾਂਹ ਨੂੰ ਨਿਕਲਿਆ ਹੋਇਆ, ਦੰਦ ਮੂੰਹ ਤੋਂ ਬਾਹਰ ਤੇ ਕਾਲਾ ਕਲਿੱਟ ਪੁੱਠੇ ਤਵੇ ਵਰਗਾ ਰੰਗ। ਨਾ ਅਕਲ ਤੇ ਨਾ ਸ਼ਕਲ, ਨਾ ਮੂੰਹ ਨਾ ਸਿਰ। ਬੜਾ ਬੋਲਿਆ ਤੇ ਸਿੰਘ ਗੁਰੂ ਸਾਹਿਬ ਨੂੰ ਪੁੱਛਣ ਲੱਗੇ ਵੀ ਮਹਾਰਾਜ ਇਹਦਾ ਕੋਈ ਇਲਾਜ? ਸੱਚੇ ਪਾਤਸ਼ਾਹ ਕਹਿੰਦੇ ਵੀ ਬੇਨਤੀ ਹੈ ਵੀ ਤੂੰ ਨਾ ਬੋਲ, ਚਲਿਆ ਜਾ। 2 ਮਹੀਨੇ ਸੁੱਖ ਦੇ ਕੱਟ ਲੈਣ ਦੇ, ਮੁੜ ਕੇ ਅਸੀਂ ਉੱਠ ਕੇ ਤੁਰ ਜਾਵਾਂਗੇ। ਉਹ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਮ ਲੈ ਕੇ ਨਿੰਦਿਆ ਕਰਨ ਲੱਗ ਪਿਆ। ਤੇ ਜਿਸ ਵਕਤ ਉਹਨੇ ਗੁਰੂਆਂ ਦੀ ਨਿੰਦਿਆ ਸ਼ੁਰੂ ਕੀਤੀ, ਪਤਾ ਨਹੀਂ ਕੀ ਕਿਹਾ ਹੋਏਗਾ। ਗੁਰਪ੍ਰਤਾਪ ਸੂਰਜ ਗ੍ਰੰਥ 'ਚ ਬੜਾ ਕੁਛ ਉਲਟ ਪੁਲਟ ਲਿਖਿਆ। ਤੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਰਾਜ਼ ਹੋ ਗਏ। ਫਿਰ ਮਨ ਨੇ ਇਸ਼ਾਰਾ ਹੀ ਕਰਤਾ ਭਾਈ ਜੇਠੇ ਨੂੰ ਤੇ ਬਾਬੇ ਵਿਧੀ ਚੰਦ ਨੂੰ ਵੀ ਹੁਣ ਤੁਸੀਂ ਇਹਦਾ ਇਲਾਜ, ਸਿੰਘਾਂ ਵਾਲਾ ਇਲਾਜ ਕਰੋ। ਉਹਨਾਂ ਫੜ ਕੇ ਤੇ ਸੇਕ ਸੁਗ ਲਾ ਕੇ ਚੰਗੀ ਤਰ੍ਹਾਂ ਗੋਡਾ ਵਾਹ ਕੇ ਗੋਲ ਗਲ ਕਰਕੇ ਤੇ ਜਦੋਂ ਵੇਖਿਆ ਵੀ ਚੜ੍ਹਦੀ ਕਲਾ ਹੋ ਗਈ, ਮਾਰਿਆ ਦਰਿਆ 'ਚ। ਤੇ ਇਸ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੁਭਾਅ ਕੁਛ ਵੱਖਰਾ ਸੀਗਾ, ਕਿਉਂਕਿ ਮਹਾਰਾਜ ਦਾ ਅਵਤਾਰ ਹੀ ਸਾਧੂ ਸੰਤਾਂ ਦੀ ਰੱਖਿਆ ਲਈ ਤੇ ਦੁਸ਼ਟਾਂ ਦੇ ਖਾਤਮੇ ਲਈ। ਕਲਗੀਧਰ ਮਹਾਰਾਜ ਨੂੰ ਵੀ ਵਾਹਿਗੁਰੂ ਜੀ ਨੇ ਇਸੇ ਲਈ ਭੇਜਿਆ ਵੀ ਦੁਨੀਆ ਸੰਤਾਂ ਨੂੰ ਰਹਿਣ ਨਹੀਂ ਦਿੰਦੀ। ਤੁਹਾਡਾ ਅਵਤਾਰ ਹੀ ਇਸ ਲਈ ਹੋਇਆ। ਜਦ ਗੁਰੂ ਤੇਗ ਬਹਾਦਰ ਜੀ ਨੂੰ ਦੁਸ਼ਟਾਂ ਨੇ, ਦੈਂਤਾਂ ਨੇ ਤੰਗ ਪਰੇਸ਼ਾਨ ਕੀਤਾ, ਦੇਵੀ ਤਾਂ ਵਿੰਧਿਆਚਲ ਪਰਬਤ ਵਿੱਚ ਲੁਕ ਗਈ।
ਦੈਂਤਾਂ ਦੇ ਅੱਖਾਂ ਤੋਂ ਓਲੇ ਹੋ ਗਏ ਤੇ ਉਹ ਲੱਭਦੇ ਲੱਭਦੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਪਹੁੰਚੇ। ਕਹਿਣ ਲੱਗੇ ਕਿ ਇੱਕ ਬੀਬੀ ਸਾਡੇ ਬੰਦੇ ਮਾਰਦੀ ਇੱਧਰ ਨੂੰ ਨਿਕਲੀ ਹੈ, ਦੱਸੋ ਕਿੱਧਰ ਗਈ ਹੈ। ਸਾਹਿਬ ਕਹਿੰਦੇ ਵੀ ਉਹ ਰੱਬ ਦੀ ਭਗਤ ਨਹੀਂ ਹੈ, ਤੁਸੀਂ ਉਹਨੂੰ ਮਾਰ ਨਹੀਂ ਸਕੋਗੇ, ਉਹਦਾ ਖਹਿੜਾ ਛੱਡ ਦਿਓ, ਵਾਪਸ ਮੁੜ ਜਾਓ। ਉਹਨਾਂ ਸੋਚਿਆ ਵੀ ਤੂੰ ਵੀ ਉਹਨਾਂ ਦੇ ਨਾਲ ਦਾ ਹੀ ਹੈ, ਪਹਿਲਾਂ ਅਸੀਂ ਤੈਨੂੰ ਸਾਂਭਦੇ ਹਾਂ। ਜਦ ਗੁਰੂ ਸਾਹਿਬ ਨੂੰ ਮਾਰਨ ਲੱਗੇ ਤਾਂ ਗੁਰੂ ਤੇਗ ਬਹਾਦਰ ਜੀ ਉੱਠ ਕੇ ਖਲੋ ਗਏ, ਆਖਿਆ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀਓ, ਉਹਨਾਂ ਦੀ ਭਗਤੀ ਵਿੱਚੋਂ, ਤਪ ਤੇਜ ਵਿੱਚੋਂ ਦੁਸ਼ਟ ਦਮਨ ਜੀ ਪ੍ਰਗਟ ਹੋਏ ਔਰ ਉਹਨਾਂ ਦੈਂਤਾਂ ਦਾ ਨਾਸ਼ ਕੀਤਾ। ਗੁਰੂ ਤੇਗ ਬਹਾਦਰ ਜੀ ਦੀ ਰੱਖਿਆ ਕੀਤੀ। ਇਹਦਾ ਇਸ਼ਾਰਾ ਬਲ ਛੁੱਟ ਕੇ ਬੰਧਨ ਭਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕਾ ਓਟ ਹਰ, ਗੱਜ ਜੋ ਹੋ ਸਹਾਈ ਵਾਲੇ ਦੋਹਰੇ ਵਿੱਚ ਹੈ। ਫਿਰ ਦੇਵੀ ਵੀ ਆ ਕੇ ਪ੍ਰਗਟ ਹੋ ਗਈ। ਸੋ ਅਕਾਲ ਪੁਰਖ ਜੀ ਨੇ ਗੁਰੂ ਸਾਹਿਬ ਨੂੰ ਹੁਕਮ ਕੀਤਾ ਕਿ ਕਲਯੁਗ ਦੇ ਵਿੱਚ ਦੁਸ਼ਟਾਂ ਦਾ ਬੋਲਬਾਲਾ, ਕਿਸੇ ਨੂੰ ਸੁੱਖ ਦੇ ਨਾਲ ਭਗਤੀ ਨਹੀਂ ਕਰਨ ਦਿੱਤੀ ਜਾਂਦੀ। ਮੰਦਿਰ ਸ਼ਿਵਾਲੇ ਦੁਆਲੇ ਬੰਦ ਕਰ ਦਿੱਤੇ ਨੇ, ਟੱਲ ਘੜਿਆਲ ਖੋਹ ਲਏ ਗਏ ਨੇ, ਪੰਡਤਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ, ਔਰ ਢਾਹ ਕੇ ਤੇ ਉਹਨਾਂ ਤੇ ਮਸੀਤਾਂ ਉਸਾਰ ਕੇ ਜ਼ਬਰਦਸਤੀ ਕੀਤੀ ਜਾ ਰਹੀ ਹੈ। ਬੜਾ ਜ਼ੁਲਮ ਹੋ ਰਿਹਾ, ਜਾ ਕੇ ਜ਼ੁਲਮ ਨੂੰ ਠੱਲ ਪਾਓ। ਤਾਂ ਗੁਰੂ ਸਾਹਿਬ ਨੇ ਤਲਵਾਰ ਦੇ ਰਸਤੇ ਧਰਮ ਦੀ ਰਕਸ਼ਾ ਕੀਤੀ। ਧਰਮ ਚ ਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਤਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ। ਇਹ ਬਚਨ ਮਹਾਰਾਜ ਨੇ ਸਪਸ਼ਟ ਕੀਤੇ ਹਨ। ਤੋ ਇਸ ਲਈ ਚੋਰਾਂ ਚੱਕਿਆਂ ਦਾ ਕੋਈ ਇਲਾਜ ਨਹੀਂ ਹੈ, ਉਹਨਾਂ ਦਾ ਇਲਾਜ ਫਿਰ ਮੂਰੇ ਗੰਢ ਪਵੈ ਮੋਹੇ ਮਾਰ, ਇਹੀ ਹੈ। ਇਸੇ ਪ੍ਰਕਾਰ ਤੀਰ ਧਰਤੀ ਸਾਧਕੀ, ਇੱਕ ਸੰਤਾਂ ਦੇ ਪ੍ਰੇਮੀ ਰਾਜੇ ਨੇ ਸੰਤਾਂ ਨੂੰ ਕੁਝ ਜਗੀਰ ਲਾ ਦਿੱਤੀ, ਭਾਵ ਕੁਝ ਧਰਤੀ ਦਾ ਟੁਕੜਾ ਸੰਤਾਂ ਨੂੰ ਰਹਿਣ ਲਈ ਦੇ ਦਿੱਤਾ। ਜਦੋਂ ਰਾਜਾ ਕੁਝ ਸਮੇਂ ਬਾਅਦ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ ਤਾਂ ਪਿੱਛੋਂ ਗੱਦੀ ਤੇ ਰਾਜੇ ਦਾ ਪੁੱਤਰ ਬੈਠ ਗਿਆ। ਤਾਂ ਉਸਨੇ ਸੋਚਿਆ ਕਿ ਇਹ ਸੰਤ ਵਿਹਲੇ ਬੈਠੇ ਹੀ ਅੰਨ ਪਾਣੀ ਛਕਦੇ ਨੇ, ਕੋਈ ਕੰਮ ਕਰਦਾ ਕਰਦੇ ਨੇ, ਇਸ ਲਈ ਇਹਨਾਂ ਤੋਂ ਧਰਤੀ ਖੋਹ ਲੈਣੀ ਚਾਹੀਦੀ ਹੈ। ਇਹ ਸੋਚ ਕੇ ਉਹਨੇ ਧਰਤੀ ਸਾਧਾਂ ਤੋਂ ਖੋਹ ਲਈ। ਜਦ ਧਰਤੀ ਖੋਹੀ ਤਾਂ ਸਾਰੇ ਸਾਧੂ ਕਬੀਰ ਜੀ ਕੋਲ ਆਏ। ਤਾਂ ਕਬੀਰ ਜੀ ਕਹਿਣ ਲੱਗੇ, ਹੇ ਭਾਈ, ਰਾਜੇ ਨੇ ਸਾਧੂਆਂ ਨੂੰ ਗਰੀਬਾਂ ਲਈ ਲੰਗਰ ਚਲਾਉਣ ਲਈ ਧਰਤੀ ਦਿੱਤੀ ਹੋਈ ਸੀ, ਤਸਕਰ ਬੈਸ ਹੈਗਾ, ਪਰ ਜੋ ਰਾਜੇ ਦਾ ਪੁੱਤਰ ਚੋਰ ਹੈ ਉਹ ਸਾਧਾਂ ਦੀ ਧਰਤੀ ਨੂੰ ਦਬਾ ਕੇ ਬੈਠ ਗਿਆ ਹੈ। ਧਰਤੀ ਭਾਰ ਨਾ ਵਿਆਪਈ, ਧਰਤੀ ਦੇ ਜਾਣ ਦਾ ਦੁੱਖ ਭਾਰ ਸੰਤਾਂ ਨੂੰ ਨਹੀਂ ਲੱਗੇਗਾ। ਕੋ ਲਾਹੂ ਲਾਏ, ਸਗੋਂ ਉਹਨਾਂ ਸੰਤਾਂ ਨੂੰ ਦਾ ਭਜਨ ਬੰਦਗੀ ਕਰਨ ਦਾ ਲਾਭ ਹੀ ਲਾਭ ਹੈ। ਸਗੋਂ ਉਸ ਰਾਜੇ ਦੇ ਹੰਕਾਰੀ ਪੁੱਤਰ ਨੂੰ ਲਾਉਣ ਵਾਲਾ ਪਰਮੇਸ਼ਰ ਲਾ ਦੇਵੇਗਾ, ਮੇਟ ਦੇਵੇਗਾ। ਇਸੇ ਪ੍ਰਕਾਰ ਕਬੀਰ ਧਰਤੀ ਸਾਧਕੀ, ਕਬੀਰ ਜੀ ਕਥਨ ਕਰਦੇ ਨੇ ਕਿ ਪਹਿਲਾਂ ਧਰਤੀ ਸ੍ਰੇਸ਼ਟ ਜਨਾਂ ਭਾਵ ਦੇਵਤਿਆਂ ਦੀ ਸੀਗੀ। ਜਿਵੇਂ ਕਲਗੀਧਰ ਜੀ ਨੇ ਲਿਖਿਆ ਹੈ ਕਿ ਤਿਨ ਕੀ ਠੌਰ ਦੇਵਤਾ ਥਾਪੇ, ਸੋ ਦੇਵਤਿਆਂ ਦੀ ਧਰਤੀ ਸੀਗੀ, ਭਾਵ ਪਰਮੇਸ਼ਰ ਨੇ ਦੇਵਤਿਆਂ ਨੂੰ ਬਖਸ਼ੀ ਸੀ। ਤਸਕਰ ਬੈਸ ਹੈਗਾ, ਪਰ ਦੈਂਤ ਰੂਪੀ ਚੋਰ ਧਰਤੀ ਨੂੰ ਦਬਾ ਕੇ ਬੈਠ ਗਏ। ਧਰਤੀ ਭਾਰ ਨਾ ਵਿਆਪਈ, ਧਰਤੀ ਦਬਣ ਦਾ ਭਾਰ ਦੇਵਤਿਆਂ ਨੂੰ ਨਹੀਂ ਲੱਗਿਆ, ਭਾਵ ਦੇਵਤਿਆਂ ਨੇ ਤਾਂ ਜਾ ਕੇ ਭਗਵਾਨ ਜੀ ਅੱਗੇ ਫਰਿਆਦ ਕੀਤੀ ਅਤੇ ਭਗਵਾਨ ਨੇ ਅਵਤਾਰ ਧਾਰ ਕੇ ਉਹਨਾਂ ਰਾਵਣ ਹਰਨਾਕਸ਼ ਵਰਗੇ ਦੁਸ਼ਟ ਆਦਿਕਾਂ ਦਾ ਕਉ ਲਾਹੂ ਲਾਏ, ਦੈਂਤਾਂ ਨੂੰ ਲਾਉਣ ਵਾਲੇ ਹੋ ਕੇ ਲਾਤਾ ਮੇਟ ਦਿੱਤਾ ਸੀਗਾ। ਇਸੇ ਪ੍ਰਕਾਰ ਕਬੀਰ ਧਰਤੀ ਸਾਧਕੀ, ਕਬੀਰ ਜੀ ਕਥਨ ਕਰਦੇ ਨੇ ਕਿ ਬੁੱਧੀ ਰੂਪ ਧਰਤੀ ਸ੍ਰੇਸ਼ਟ ਗੁਣਾਂ ਦੀ ਧਾਰਨਾ ਵਾਲੀ ਸੀ, ਤਸਕਰ ਬੈਸ ਹੈਗਾ, ਪਰੰਤੂ ਕਾਮ ਕ੍ਰੋਧ ਆਦਿਕ ਆਸੁਰੀ ਸੰਪਦਾ ਰੂਪੀ ਚੋਰ ਉਸ ਬੁੱਧੀ ਰੂਪ ਧਰਤੀ ਨੂੰ ਦਬਾ ਕੇ ਬੈਠ ਗਏ ਹਨ। ਧਰਤੀ ਭਾਰ ਨਾ ਵਿਆਪਈ, ਪਰ ਉਹਨਾਂ ਮਹਾਤਮਾ ਦੀ ਬੁੱਧੀ ਰੂਪ ਧਰਤੀ ਦੇ ਵਿੱਚ
ਔਗਣਾਂ ਦਾ ਭਾਰ ਨਹੀਂ ਲੱਗੇਗਾ, ਵਿਆਪੇਗਾ। ਕਉ ਲਾਹੂ ਲਾਹੀ। ਜਿਹੜੇ ਲਾਉਣ ਵਾਲੇ ਹੋ ਕੇ ਕਾਮ ਆਦਿਕ ਵਿਕਾਰਾਂ ਨੂੰ ਲਾ ਦੇਣਗੇ ਜਾਂ ਦੇਵੀ ਸੰਪਦਾ ਨੂੰ ਗ੍ਰਹਿਣ ਕਰਕੇ ਆਸੁਰੀ ਸੰਪਦਾ ਨੂੰ ਮੇਟ ਦੇਣਗੇ। ਇਸੇ ਪ੍ਰਕਾਰ ਕਬੀਰ ਧਰਤੀ ਸਾਧਕੀ। ਕਬੀਰ ਜੀ ਕਹਿੰਦੇ ਨੇ ਕਿ ਭਾਈ ਦੇਹ ਰੂਪ ਧਰਤੀ ਦੀ ਮੁਕਤੀ ਕਰਨ ਲਈ ਸਾਧਨਾ ਕਰ, ਭਜਨ ਬੰਦਗੀ ਕਰ। ਤੂੰ ਕਾਮ ਕ੍ਰੋਧ ਰੂਪ ਤਸਕਰ ਬੈਸੈ ਗਾਹੀ। ਚੋਰਾਂ ਦਾ ਸੰਗ ਕਰਨ ਵਾਸਤੇ ਕੁਸੰਗੀਆਂ ਦੀ ਜਗ੍ਹਾ ਪਾਕ ਕੁਸੰਗਤ 'ਚ ਜਾ ਕੇ ਕਿਉਂ ਬੈਠਦਾ ਹੈ? ਤੂੰ ਕੁਸੰਗੀਆਂ ਦਾ ਦਬਾਇਆ ਹੋਇਆ ਹੈ। ਧਰਤੀ ਭਾਰ ਨਾ ਵਿਆਪਈ। ਫਿਰ ਤੈਨੂੰ ਦੇਹ ਰੂਪ ਧਰਤੀ ਧਾਰੀ ਦਾ ਪਾਪਾਂ ਨੂੰ ਭਾਰ ਨਹੀਂ ਲੱਗੇਗਾ। ਕਉ ਲਾਹੂ ਲਾਹੀ। ਜੇ ਤੂੰ ਉਹਨਾਂ ਕਾਮ ਆਦਿਕਾਂ ਨੂੰ ਜਾਂ ਕੁਸੰਗਤ ਨੂੰ ਲਾਉਣ ਵਾਲਾ ਹੋ ਕੇ ਲਾ ਦੇਵੇਂਗਾ, ਮੇਟ ਦੇਵੇਂਗਾ। ਇਸੇ ਪ੍ਰਕਾਰ ਕਬੀਰ ਧਰਤੀ ਸਾਧਕੀ। ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਸ ਨੇ ਪਹਿਲਾਂ ਤਾਂ ਸਾਧ ਬਣ ਗਿਆ, ਕਹਿੰਦਾ ਸੰਸਾਰ ਮਿਥਿਆ, ਜੜ ਮਾਇਆ ਰੂਪੀ ਤੀ ਇਸਤਰੀ ਦਾ ਤਿਆਗ ਕਰ ਦਿੱਤਾ ਤੇ ਮੁੜ ਕੇ ਆਪਦੀ ਮਰਜ਼ੀ ਦੇ ਨਾਲ ਹੀ ਗੰਢ ਤੁਪ ਕਰਕੇ ਕਿਸੇ ਬੀਬੀ ਨੂੰ ਆਪਦੇ ਘਰ ਵਸਾ ਲਿਆ ਤੇ ਸਕੀ ਵਿਆਹੀ ਘਰ ਵਾਲੀ ਛੱਡ ਕੇ ਆਇਆ। ਜਦ ਵੇਖਿਆ ਵੀ ਪੈਸਾ ਪੂਸਾ ਵਾਧੂ ਆ ਗਿਆ, ਕਹਿੰਦੇ ਨਾਰ ਮੋਈ ਘਰ ਸੰਪਤ ਨਾ ਸੀ, ਮੁੰਨ ਮੁੰਡਾਏ ਭਇਓ ਸੰਨਿਆਸੀ। गरीबी आ गई, सिर मुंह बना के सन्यासी बन गया कि हमें साध होते हैं। जब फिर पाया माया तेल आ गया ते चेले चेलियां उन्होंने मोह पा लिया। वो साध की है जिन्हें ती धारण कर ली। ती का अर्थ है तीवी, तुहाडे पटियाले अंबाले की बोली है तीवी। जिन्हें इस्त्री धारण कर ली फिर दोबार तो घर बार के चक्कर च पै गया। वो साध किवें हो सकता है? अजकल सरसे वाले की काफ़ी बदनामी है। तो इस वास्ते इहो ਜਿਹੇ लोगों तो बच के रहो। आपदियां धीआं भैणां नूं सो आपदे घर ही सेफ है। महाराज की बाणी नितनेम करो, गुरु घर आओ, सच्चे पातशाह कृपा करन। ओहो जे बंदे तां साध ने, वो तां जड़ माया रूपी इस्त्री नूं दबा के बैठे हुए ने। वो चोर हन जो बगानियां धीआं भैणां दी इज्जत नाल खिलवाड़ करदे हन। भार ना व्यापई। सो ਕਹਿੰਦੇ ਨੇ ਜੜ ਮਾਇਆ ਰੂਪ ਇਸਤਰੀ ਦਾ ਉਹਨਾਂ ਨੂੰ ਧਾਰਨ ਕੀਤੀ ਦਾ ਭਾਰ ਨਹੀਂ ਲੱਗੇਗਾ। ਕਉ ਲਾਹੂ ਲਾ। ਜਿਹੜੇ ਲਾਉਣ ਵਾਲੇ ਹੋ ਕੇ ਵੈਰਾਗ ਰੂਪੀ ਉਦਮ ਦੇ ਨਾਲ ਪਾ ਵੈਰਾਗ ਧਾਰਨ ਕਰਕੇ ਲਾ ਦੇਣਗੇ। ਕਬੀਰ ਧਰਤੀ ਸਾਧਕੀ। ਕਬੀਰ ਜੀ ਕਥਨ ਕਰਦੇ ਕਿ ਜਿਸ ਪੁਰਖ ਨੇ ਬਗਾਨੀ ਇਸਤਰੀ ਧਾਰਨ ਕਰ ਲਈ ਹੈ। ਕਾਂ ਦਾ ਕੀ ਸੁਭਾਵ ਹੈ? ਕਿਸੇ ਦਾ ਚੰਗਾ ਭਲਾ ਦਹੀਂ ਰੱਖਿਆ, ਲੱਸੀ ਰੱਖੀ ਹੈ ਇਸ਼ਨਾਨ ਕਰਨ ਵਾਸਤੇ, ਤੇ ਉਹ 'ਚ ਚੁੰਝ ਮਾਰ ਕੇ ਖੇ ਖਰਾਬ ਕਰ ਦੇਣੀ। ਨਾ ਤਾਂ ਆਪਦੇ ਕੰਮ ਦੀ ਨਾ ਦੂਜੇ ਦੇ ਕੰਮ ਦੀ ਰਹਿਣ ਦੇਣੀ। ਡੰਗਰ ਦਾ ਸੁਭਾਅ ਕੀ ਹੈ? ਆਪਦੀ ਕੁਰਲੀ ਛੱਡ ਕੇ ਦੂਜੇ 'ਚ ਮੂੰਹ ਮਾਰਨਾ। ਇਉਂ ਆਪਦਾ ਘਰ ਜਿੰਨਾ ਮਰਜ਼ੀ ਚੰਗਾ ਤੇ ਸੋਹਣਾ ਹੋਵੇ, ਪਰ ਦੂਜੇ ਦੇ ਘਰ ਵਿੱਚ ਵਿਗਾੜ ਪਾਉਣਾ, ਬਗਾਨੀ ਇਸਤਰੀ ਨੂੰ ਵਰਗ ਲਾ ਲੈਣਾ, ਧਾਰਨ ਕਰ ਲੈਣਾ ਜਾਂ ਚੇਤਨ ਮਾਇਆ ਧਾਰਨ ਕਰ ਲੈਣੀ। ਉਹ ਸਾਧਕੀ ਹੋ ਸਕਦਾ ਹੈ, ਭਾਵ ਉਹ ਤਾਂ ਅਸਾਧ ਹੈ। ਤਸਕਰ ਬੈਸਹਿ ਗਾਹੀ। ਉਹ ਤਾਂ ਭਾਈ ਚੋਰ ਹੈ ਜੋ ਪਰਾਈਆਂ ਇਸਤਰੀਆਂ ਨੂੰ ਦਬਾ ਕੇ ਬੈਠਾ ਹੋਇਆ। ਜੋ ਧਾਰੀ ਹੋਈ ਇਸਤਰੀ ਹੈ ਉਹਨੂੰ ਤਾਂ ਕੋਈ ਮਹਾਰਾਜ ਕਹਿੰਦੇ ਨੇ ਧਰਤੀ ਭਾਰ ਨਾ ਵਿਆਪਈ। ਉਹ ਧਾਰਨ ਕੀਤੀ ਹੋਈ ਤੀ ਇਸਤਰੀ ਨੂੰ ਤਾਂ ਕੋਈ ਭਾਰ ਨਹੀਂ ਵਿਆਪਦਾ। ਉਹ ਤਾਂ ਸਗੋਂ ਖੁੱਲਾ ਪੈਸਾ ਸਾਧ ਕੋਲ ਤੇ ਸਭ ਕੁਝ ਆਨੰਦ ਮੰਗਲ ਕਰਦੀ ਹੈ। ਕਉ ਲਾਹੂ ਲਾ। ਨਾਲੇ ਲੋਕ ਬਿਨਾਂ ਹੀ ਕੁਛ ਕਰਨ ਤੋਂ ਸਾਧਨੀ ਗੁਰੂ ਮਾਤਾ ਕਹਿ ਕੇ ਮੱਥਾ ਟੇਕਦੇ ਨੇ, ਉਹ ਤਾਂ ਖੁਸ਼। ਪਰ ਉਹ ਪਰਾਈ ਇਸਤਰੀ ਉਹ ਸਾਧ ਦੇ ਤੇਜ ਪ੍ਰਤਾਪ ਨੂੰ ਲਾਹੀ ਜਾਂਦੀ ਹੈ। ਇਸੇ ਪ੍ਰਕਾਰ ਕਬੀਰ ਧਰਤੀ ਸਾਧਕੀ। ਭਗਤ ਕਬੀਰ ਜੀ ਕਹਿੰਦੇ ਨੇ ਕਿ ਜਿਸ ਨੇ ਬੁੱਧ ਰੂਪ ਧਰਤੀ
ਗੁਰ ਉਪਦੇਸ਼ ਦੁਆਰਾ ਸਾਧਨਾ ਕੀਤੀ ਹੈ, ਭਾਵ ਬੁੱਧ ਰੂਪ ਧਰਤੀ ਸ਼ੁੱਧ ਕੀਤੀ ਹੈ। ਕਰ ਬੈਸਹਿ ਗਾਹੀ ਉਹ ਵਿਕਾਰਾਂ ਰੂਪੀ ਚੋਰਾਂ ਨੂੰ ਦਬਾ ਕੇ ਸੱਚ ਸਰੂਪ ਰੂਪੀ ਘਰ ਵਿੱਚ ਬੈਠਾ ਅਸਥਿਤ ਹੋਇਆ ਹੈ। ਧਰਤੀ ਭਾਰ ਨਾ ਵਿਆਪਾਈ ਬ੍ਰਹਮ ਦੀ ਪ੍ਰਾਪਤੀ ਕਰਕੇ ਉਸ ਦੀ ਬੁੱਧ ਰੂਪ ਧਰਤੀ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਭਾਰ ਨਹੀਂ ਵਿਆਪਦਾ, ਕੋ ਲਾਹੂ ਲਾਹੀ ਕਿਉਂਕਿ ਉਸ ਨੂੰ ਲਾਭ ਵਾਲਾ ਬ੍ਰਹਮਾਨੰਦ ਰੂਪ ਲਾਹਾ ਪ੍ਰਾਪਤ ਹੋ ਗਿਆ ਹੈ। ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਬੀਰ ਸਾਹਿਬ ਦੇ ਨਾਮ ਤੇ ਇਹ ਗੁਰਬਾਣੀ ਇਹ ਸ਼ਲੋਕ ਉਚਾਰਨ ਕਰ ਰਹੇ ਹਨ। ਕਬੀਰ ਜਾਵਲ ਕਾਰਣੇ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਵੇਂ ਚੌਲਾਂ ਨੂੰ ਕੱਢਣ ਵਾਸਤੇ ਭਾਵ ਚੌਲਾਂ ਦੀ ਸੰਗਤ ਕਰਨੇ ਕਰਕੇ ਦੁਖ ਕੋ ਮੋਹਲੀ ਲਾਈ ਜਿਹੜੇ ਤੋ ਹੁੰਦੇ ਨੇ ਚੌਲਾਂ ਦੇ ਉੱਪਰ ਛਿੱਕੜ ਫੂਸ ਉਹਨਾਂ ਨੂੰ ਮੋਹਲੀਆਂ ਛੋਟਾ ਮੂਸਲ ਲਾਉਂਦੇ ਨੇ, ਮਤਲਬ ਕੁੱਟਦੇ ਨੇ ਮੋਹਲਿਆਂ ਦੇ ਨਾਲ, ਮੂਸਲਾਂ ਦੇ ਨਾਲ ਕੁੱਟਦੇ ਹਨ। ਸੰਗ ਕੁਸੰਗੀ ਬੈਸਤੇ ਇਸੇ ਪ੍ਰਕਾਰ ਜਿਹੜੇ ਜਦੋਂ ਖੋਟੀ ਸੰਗਤ ਕਰਨ ਵਾਲੇ ਪੁਰਖ ਦੇ ਨਾਲ ਬੈਠਦੇ ਹਨ ਤਬ ਪੁੱਛੇ ਧਰਮ ਰਾਜ ਤਾਂ ਪਰਲੋਕ ਦੇ ਵਿੱਚ ਗਿਆ ਤਦੋਂ ਉਹਨਾਂ ਤੋਂ ਧਰਮ ਰਾਜਾ ਕੀਤੇ ਮਾੜੀ ਕਰਮਾਂ ਦਾ ਹਿਸਾਬ ਕਿਤਾਬ ਪੁੱਛਣਾ ਕਰੇਗਾ ਕਿ ਤੁਸੀਂ ਦੁਨੀਆ ਵਿੱਚ ਗਏ ਸੀ, ਕਿਹਦੇ ਕੋਲ ਬਹਿ ਕੇ ਆਏ ਹੋ, ਕਾਲੀਆਂ ਕਰਤੂਤਾਂ ਕਰਕੇ ਆਏ ਹੋ, ਕਿਉਂ ਇਸ ਤਰ੍ਹਾਂ ਸੋ ਮਾੜੀ ਕਰਮ ਵਾਲੀ ਦਾ ਸਾਥ ਦਿੱਤਾ। ਇਸ ਵਾਸਤੇ ਜਿਵੇਂ ਗੌਤਮ ਰਿਸ਼ੀ ਨੇ ਕੋਈ ਕਰਮ ਦਾ ਅਹਲਿਆ ਤੇ ਇੰਦਰ ਨੇ ਕੀਤਾ, ਪਰ ਜਿਹੜੇ ਉਹਨਾਂ ਦੋਨਾਂ ਦੇ ਸਹਾਇਕ ਸਨ, ਅਹਲਿਆ ਦੀ ਸਹਾਇਕ ਉਹਦੀ ਆਪਦੀ ਸਗੀ ਧੀ ਸੀਗੀ, ਅੰਜਨੀ ਨੂੰ ਸ਼ਰਾਪ ਦੇ ਦਿੱਤਾ ਕਿ ਤੇਰੇ ਕੁਆਰੀ ਦੇ ਪੇਟੋਂ ਪੁੱਤਰ ਜਨਮ ਲਏਗਾ। ਤੇ ਜਿਹੜਾ ਕੁੱਕੜ ਸੀਗਾ ਤੇ ਚੰਦਰਮਾ ਸੀ ਉਹ ਇੰਦਰ ਦੇ ਸਹਾਇਕ ਸਨ। ਕੁੱਕੜ ਨੇ ਬਾਂਗ ਦਿੱਤੀ, ਉਹਨੂੰ ਸ਼ਰਾਪ ਦੇ ਦਿੱਤਾ ਵੀ ਜਾ ਕਲਯੁਗੀ ਮਨੁੱਖ ਤੇਰੇ ਤੇ ਯਕੀਨ ਨਹੀਂ ਕਰਿਆ ਕਰਨਗੇ, ਜਿੰਨਾ ਮਰਜ਼ੀ ਰੌਲਾ ਪਾਈ ਜਾ। ਕੁੱਕੜ ਦੀ ਬਾਂਗ ਪਹਿਲਾਂ ਅੰਮ੍ਰਿਤ ਵੇਲੇ 4 ਵਜੇ ਹੁੰਦੀ ਸੀ, ਅੱਜ ਕੱਲ੍ਹ ਉਹ ਦਿਨੇ ਹੀ ਬੋਲੀ ਜਾਂਦੇ ਨੇ, ਕੋਈ ਵਿਸ਼ਵਾਸ ਨਹੀਂ ਕਰਦਾ। ਇਸੇ ਤਰ੍ਹਾਂ ਚੰਦਰਮਾ ਨੂੰ ਗਿੱਲਾ ਕਸ਼ਹਿਰਾ ਮਾਰ ਕੇ ਕਲੰਗੀ ਕਰ ਦਿੱਤਾ, ਉਹ ਅੱਜ ਤੱਕ ਉਹਦੇ ਵਿੱਚ ਦਾਗ ਪਿਆ ਹੋਇਆ ਹੈ ਅਤੇ ਸ਼ਰਾਬ ਦੇ ਦਿੱਤਾ ਵੀ ਜਾ ਵਾਧਾ ਘਟਦਾ ਰਹੇਗਾ। ਤੋ ਇਸ ਤਰ੍ਹਾਂ ਜਿਹੜੇ ਕੁਸੰਗੀ ਮਾੜੇ ਬੰਦੇ ਦਾ ਸੰਗ ਕਰਦੇ ਨੇ, ਉਹਦੇ ਕੋਲ ਬੈਠਦੇ ਨੇ, ਉਹਦਾ ਸਾਥ ਦਿੰਦੇ ਨੇ, ਉਹਦੀ ਹਾਂ ਵਿੱਚ ਹਾਂ ਮਿਲਾਉਂਦੇ ਨੇ। ਮੰਨ ਲਓ ਕਿਸੇ ਨੂੰ ਕੋਟੀ ਪੈ ਰਹੀ ਆ, ਮੇਰੇ ਵਰਗਾ ਲਾ ਕੇ ਖਲੋਤਾ ਹੀ ਹੜ ਹੜ ਕਰ ਰਿਹਾ ਵੀ ਹਾਂ ਜੀ ਇਹਦੀ ਗਲਤੀ ਹੈ ਜੀ, ਕੁੱਟੋ ਜੀ। ਮਾੜੇ ਬੰਦੇ ਨੂੰ ਛਡਾਉਣਾ ਚਾਹੀਦਾ ਕਿ ਹੋਰ ਪ੍ਰਮੋਟ ਕਰਨਾ ਚਾਹੀਦਾ ਦੂਸਰੇ ਨੂੰ। ਇਸ ਵਾਸਤੇ ਡੰਡਾ ਲਿਆ ਕੇ ਫੜਾ ਦੇਣਾ, ਉਹ ਜਿੰਨਾ ਬਾਪ ਕਰਨ ਵਾਲੇ ਦਾ ਹੈ ਉਹਨਾਂ ਉਹਦੇ ਸਹਾਇਕ ਦਾ ਹੈ, ਹਾਂ ਵਿੱਚ ਹਾਂ ਮਿਲਾਉਣ ਦਾ ਹੈ। ਇਸ ਵਾਸਤੇ ਉਹ ਕੁਸੰਗੀ ਜਿਹੜੇ ਲੋਕ ਨੇ ਉਹਨਾਂ ਦੇ ਪਾਸ ਬੈਠਣਾ ਵਿਵਰਜਿਤ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਗੁਰੂ ਸਾਹਿਬਾਨਾਂ ਨੇ ਜ਼ਾਲਮ ਬਾਦਸ਼ਾਹਾਂ ਦਾ ਸਾਥ ਨਹੀਂ ਦਿੱਤਾ, ਬਲਕਿ ਉਹਨਾਂ ਦੀ ਵਿਰੋਧਤਾ ਕੀਤੀ ਹੈ। 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਸਾਹਿਬ ਜੀ ਨੇ ਪ੍ਰਣ ਕੀਤਾ ਸੀ ਕਿ ਅਸੀਂ ਔਰੰਗਜ਼ੇਬ ਜ਼ਾਲਮ ਬਾਦਸ਼ਾਹ ਦੇ ਮੱਥੇ ਨਹੀਂ ਲੱਗਾਂਗੇ। ਤੇ ਉਹਨੇ ਗੁਰੂ ਸਾਹਿਬ ਨੂੰ ਜਾਣ ਬੁੱਝ ਕੇ ਬੁਲਾਵਾ ਭੇਜਿਆ। ਤਾਂ ਮਹਾਰਾਜ ਕਹਿੰਦੇ ਵੀ ਸਾਡੇ ਨਾਲ ਤੇਰਾ ਕੀ ਕੰਮ ਹੈ? ਕਹਿੰਦੇ ਜੀ ਵੈਸੇ ਮਿਲ ਕੇ ਬਚਨ ਵਿਲਾਸ, ਕਹਿੰਦੇ ਬਚਨ ਵਿਲਾਸ ਦੀ ਗੱਲ ਹੈ ਤੇ ਮੈਂ ਆਪਦਾ ਕੋਈ ਨੁਮਾਇੰਦਾ ਭੇਜ ਦਿੰਦਾ। ਕਹਿੰਦਾ ਜੀ 7 ਵਚਨ ਸਾਹਿਬਜ਼ਾਦੇ ਤਾਂ ਗਏ ਕੋਈ ਨਹੀਂ, ਆਪਣਾ ਜਿਹੜੇ ਗੁਰਸਿੱਖ ਸਨ ਉਹਨਾਂ ਵਿੱਚੋਂ ਤਾਂ ਕਿਸੇ ਦੇ ਜਾਣ ਦਾ ਹੀਆ ਨਹੀਂ ਪਿਆ।
क्योंकि सारिਆਂ ਨੂੰ पता सी भी बंदा जिउंदा नहीं आऊगा। पंजवें पातशाह की शहीदी जहांगीर के बुलाउण दे नाल ही उत्थे होई ते गुरु साहब वापस नहीं आए। इसलिए जालम बादशाह के मत्थे लगना माड़ा, कीता उन्हें की कह देना, उन्होंने जबान ही चलनी, अगले दी जिंदगी खत्म हो जानी। तो महाराज ने बाबा राम राय जी की ड्यूटी लाई। तो बाबा राम राय नूं समझा के चंगी तरह बुझा के चंगी तरह कह के भेजिया कि बहुता शोभत नहीं करी दी, वड्डे बंदियां नाल काम की गल करो, आपदे घर वापस आओ। पर राम राय जी ने हदों वध शक्तियां दिखाइया। फिर गुरु साहब की बाणी नूं चेंज किया, जबानी बदलिया। गुरु हरिराय साहब जी नाराज हो गए। श्री गुरु हरकृष्ण साहब नूं गुरता गद्दी ते विराजमान किया, राम राय नूं खारिज कर दिता। फिर राम राय ने ईर्खा करके गुरु हरकृष्ण साहब नूं बुलाया। तो श्री गुरु हरकृष्ण साहब ने भी प्रण किया सी भी मैं औरंगजेब के मत्थे नहीं लगूंगा। पिता जी का हुक्म सीगा। जालम बादशाह के कोल बैठण तो सानू भी कोई इस तरह का आखेगा, इसलिए किसी माड़े बंदे नूं उहदे कोल बैठ के प्रमोट करना एक बहुत बड़ा पाप है। फिर संगतां ने बेनती की, राजा राम ने बेनती की, तो गुरु साहब जी उहदे बंगला दे विच विराजमान हुए। बंगला साहब सुशोभित है। औरंगजेब ने मिलन का टाइम मंगिया, हमारे कहते नहीं बई साढ़े नाल तेरा कोई काम नहीं। कहता जी वैसे मैं दर्शन करने ने। मारे कहते दर्शन का सिख कर दे, तू साडा सिख है, असीं तेनों दर्शन क्यों दईए, तू सिख ही नहीं साडा। जब बंदे ने गल ही नहीं मन्नी, उहदे मत्थे लगण दा मतलब की होया। कहता जी मैं तुहाडी गलबात सुननी चाहुंदा। सच्चे पातशाह जी कहते कि आपां तेरे नाल बोलना ही नहीं, तेरे नाल गलबात क्यों करांगे। गुरु साहब नाराज सीगे। फिर उन्हें बेनती की जी मेरे पुत्र नूं मिलण दा टाइम दिओ। मारे कहते हाँ आ जरूर जाए, सिर्फ गलबात ही करनी है ना, मत्थे नहीं आपां लगना, ना तेरे मुंडे दे ना तेरे। एक कनात ताणांगे, कनात दे एक पासे असीं बैठांगे, दूजे पासे तेरा मुंडा बैठेगा। उन्हें सोचिया कि महाराज की उम्र छोटी है, इसलिए आपदे साहिबजादे नूं जिहड़ा छोटी उम्र दा सी उहनूं भेजिया। उन्हें बेनती की जी मेरे पिता नूं कोई उपदेश लेके भेजो। तो साहिबा ने बड़े सतगुरां दी उचारी हुई बाणी का ही शब्द भेजिया, क्या खाद क्या पैदा होए, जम ना ही सच्चा सोए। क्या मिठा क्या खाद क्या पैदा होए, जम ना ही सच्चा सोए। ते क्या घ्यो क्या गुड़ मिठा, क्या मैदा क्या मास, क्या कपड़ क्या सेज सुखाली, कीजै भोग बिलास। नानक सचे नाम बिन सबे टोल विनाश। टोलना मैं पदार्थां दा, खाण नाल की होऊगा, गंदगी फैलाई जाओ धरती उपर। जिहड़ी शरीर की परवरिश है ये वास्ते खाना जरूरी है, पर यह थोड़ो भी डंगरां वां खाई जाओ, आप दा ढिड भरी जाओ, दूजे नूं लुट्टी जाओ। राजे लोग इस तरह करते हैं, अजकल भी इस तरह हो रहा। किसानों के हक खो के आपदे मित्रां दे ढिड भरे जा रहे हैं। बंदा सोचता पता नहीं ढिड मैनूं ही लगा होया। अरबां रुपये पा के भी वो लोग तसली बख्श नहीं हैं। इन्नी भुख दुनिया च वरती हुई है, पता नहीं लोगों को ढिड के ड्रम रब ने लाए ने, माफ करना भरदे ही नहीं। ड्रम भी भर जाता घर विच। हैरानी की गल है, एक इंसान सड़क ते भुखा मर रहा है, वह मंग के भी गुजारा नहीं हुंदा, ते दूजे दा
ਅਨਾਜ ਸੜ ਰਿਹਾ ਹੈ, ਉਹਨੂੰ ਕੀੜੇ ਪੈ ਰਹੇ ਨੇ, ਉਹ ਸਮੁੰਦਰੇ ਸੁੱਟ ਰਿਹਾ, ਖੇ ਖਰਾਬ ਹੋ ਰਿਹਾ ਹੈ, ਪਰ ਉਹ ਕਿਸੇ ਨੂੰ ਦਾਨ ਨਹੀਂ ਕਰ ਰਿਹਾ। ਇਹੋ ਜਿਹੇ ਖਾਣ ਨੂੰ ਲਾਹਨਤ ਹੈ, ਫਿੜੇ ਮੂੰਹ ਇਹੋ ਜਿਹੇ ਖਾਣ ਨੂੰ। ਕੱਪੜਿਆਂ ਦਾ ਪਹਿਨਣਾ, ਇਹਨੂੰ ਵੀ ਲਾਹਨਤ ਹੈ। ਧਰਿਕ ਧਰਿਕ ਖਾਇਆ, ਧਰਿਕ ਧਰਿਕ ਸੋਇਆ, ਸੌਣ ਨੂੰ ਵੀ ਲਾਹਨਤ ਹੈ। ਧਰਿਕ ਧਰਿਕ ਕੱਪੜੇ ਅੰਗ ਚੜਾਇਆ। ਜਿਹੜੇ ਕੱਪੜੇ ਨੇ, ਸੂਟ ਬੂਟ ਹਨ। ਇੱਕ ਮੈਂ ਸਿਆਣੇ ਪੁਰਸ਼ ਦੀ ਗੱਲ ਸੁਣੀ, ਉਹ ਅੱਜ ਤੱਕ ਮੇਰੇ ਹਿਰਦੇ 'ਚ ਵਸੀ ਹੋਈ ਹੈ। ਸਿੰਘ ਬ੍ਰਦਰਸ ਪੁਸਤਕਾਂ ਛਾਪਣ ਵਾਲੇ, ਅੰਮ੍ਰਿਤਸਰ ਸਾਹਿਬ। ਸਿੰਘ ਬ੍ਰਦਰਸ ਫਰਮ ਦੇ GM ਨੇ ਸਰਦਾਰ ਗੁਰਸਾਗਰ ਸਿੰਘ ਜੀ, ਸਿਟੀ ਸੈਂਟਰ ਉਹਨਾਂ ਦੀ ਡਿਊਟੀ ਹੈ। ਔਰ ਬੜੇ ਇੰਟੈਲੀਜੈਂਟ, ਬੜੇ ਸੁੰਦਰ ਬਚਨ ਸੁਣਾਉਂਦੇ। ਉਹ ਖੁਦ ਆਪ ਰੇਡੀਓ ਦੇ ਉੱਪਰ ਉਹਨਾਂ ਦਿਨਾਂ ਦੇ ਵਿੱਚ ਵਿਆਖਿਆ ਕਰਨ ਜਾਂਦੇ ਹੁੰਦੇ, ਜਿਹੜੀ 5 ਤੋਂ ਪੌਣੇ 6 ਜਾਂ 5 ਤੋਂ 5:30 ਗੁਰਬਾਣੀ ਵਿਚਾਰ ਪ੍ਰੋਗਰਾਮ ਹੁੰਦਾ, ਉਹਦੇ ਵਿੱਚ ਉਹਨਾਂ ਦੀ ਵਿਆਖਿਆ ਹੁੰਦੀ। ਉਹਨਾਂ ਇੱਕ ਬਚਨ ਸੁਣਾਇਆ, ਕਹਿੰਦੇ ਮੇਰੇ ਖਿਆਲ ਮੁਤਾਬਕ ਜਿਹੜੇ ਅਸੀਂ ਸੂਟ ਬੂਟ ਆਪਦੇ ਘਰ, ਆਪਦੀਆਂ ਅਲਮਾਰੀਆਂ ਦੇ ਵਿੱਚ ਵਾਧੂ ਜਮ੍ਹਾਂ ਕਰਕੇ ਰੱਖਦੇ ਆ, ਮੰਨ ਲਓ ਕੱਪੜੇ ਬਣਾਏ ਨੇ ਤੇ ਹੁਣੇ ਰਿਵਾਜ ਬਦਲ ਗਿਆ, ਚੇਂਜ ਹੋ ਗਿਆ, ਤੇ ਫਿਰ ਨਵੇਂ ਬਣਾ ਲਓ, ਬਣਾਈ ਜਾਓ। ਕੋਈ ਵਿਆਹ ਆ ਗਿਆ ਤਾਂ ਬਣਾ ਲਓ, ਪਾਰਟੀ ਆ ਗਈ ਤਾਂ ਬਣਾ ਲਓ। ਢੇਰਾਂ ਦੇ ਢੇਰ, ਜਿੰਨੀਆਂ ਜੁੱਤੀਆਂ ਜਮ੍ਹਾਂ ਕੀਤੀਆਂ, ਜਿੰਨੇ ਕੱਪੜੇ ਜਮ੍ਹਾਂ ਕੀਤੇ, ਉਹ ਸਾਡਾ ਲਾਲਚ ਹੈ। ਸਮਝ ਲਓ ਕਿਸੇ ਗਰੀਬ ਦਾ ਹਿੱਸਾ ਅਸੀਂ ਆਪਦੇ ਘਰ ਰੱਖ ਲਿਆ। ਜੁੱਤੀ ਦਾ ਕੀ ਪਾਉਣੀ ਆ, ਸੂਟ ਦਾ ਕੀ ਪਾਉਣਾ, ਇੱਕ ਪਾਉਣਾ ਇੱਕ ਲਾ ਲੈਣਾ। ਤਾਂ ਅਸੀਂ ਜਿਹੜਾ ਜਮ੍ਹਾਂ ਕਰਦੇ ਆ, ਕਿਸੇ ਵਪਾਰੀ ਨੇ ਖੰਡ ਜਮ੍ਹਾਂ ਕਰ ਲਈ, ਕਿਸੇ ਨੇ ਆਲੂ, ਕਿਸੇ ਨੇ ਪਿਆਜ਼ ਜਮ੍ਹਾਂ ਕਰ ਲਏ। ਪਿੱਛੇ ਸਰਕਾਰ ਨੇ ਕਾਨੂੰਨ ਕੱਢਿਆ ਸੀ ਵੀ ਜਮ੍ਹਾਖੋਰੀ ਇੱਕ ਕਾਨੂੰਨੀ ਅਪਰਾਧ ਹੈ, ਪਰ ਹੁਣ ਉਹਨਾਂ ਨੇ ਆਪਦੇ ਮਿੱਤਰਾਂ ਦਾ ਢਿੱਡ ਜੋ ਭਰਨਾ ਹੋਇਆ, ਹੁਣ ਉਹ ਕਾਨੂੰਨ ਤੋੜਤਾ। ਕਹਿੰਦੇ ਕੋਈ ਅਪਰਾਧ ਨਹੀਂ ਹੈ, ਜਿੰਨਾ ਮਰਜ਼ੀ ਜਮ੍ਹਾਂ ਕਰੀ ਜਾਓ। ਸਸਤੇ ਭਾਅ ਦੇ ਨਾਲ ਸਟੋਰਾਂ ਦੇ ਸਟੋਰ ਭਰ ਲੈਣੇ, ਜਮ੍ਹਾਖੋਰੀ ਕਰ ਲੈਣੀ। ਜਦ ਉਹਦੀ ਪੁਕਾਰ ਪੈ ਜਾਣੀ ਮਾਰਕੀਟ ਦੇ ਵਿੱਚ, ਤਾਂ ਉਹਨੂੰ ਮਹਿੰਗੇ ਮੁੱਲ ਦੇ ਵਿੱਚ ਵੇਚਣਾ, ਇਹ ਵਪਾਰੀਆਂ ਦਾ ਕੰਮ ਹੈ। ਸਾਡੇ ਵਰਗੇ ਆਮ ਇਨਸਾਨ ਵੀ ਕੋਟ ਪੈਂਟ ਸੂਟ ਬੂਟ ਜਮ੍ਹਾਂ ਕਰੀ ਜਾਂਦੇ। ਜੇ ਵਾਧੂ ਨੇ ਤਾਂ ਕਿਸੇ ਗਰੀਬ ਨੂੰ ਦਾਨ ਦਿੱਤਾ ਜਾ ਸਕਦਾ। ਸਮਝ ਲਓ ਕਿ ਕਿਸੇ ਦਾ ਹਿੱਸਾ ਆਪਾਂ ਰੱਖ ਰਹੇ ਹਾਂ। ਇਸ ਵਾਸਤੇ ਜਿਹੜਾ ਕੁਸੰਗੀ ਦੇ ਸੰਗ ਬੈਠਦਾ ਹੈ, ਲੇਥਨ ਨੂੰ ਪਲੇਥਨ ਲੱਗਦਾ ਹੈ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਸ਼ਬਦ ਲਿਖ ਕੇ ਭੇਜਿਆ, ਕਿਆ ਖੈਦਾ ਹੈ ਕਿਆ ਪੈਦਾ ਹੋਏ। ਮਹੱਲਾ ਪਹਿਲਾ, ਮਾਝ ਦੀ ਵਾਰ ਦੇ ਵਿੱਚ ਪਾਵਨ ਸ਼ਬਦ ਹੈ। ਮਹੱਲਾ ਪਹਿਲਾ, ਕਿਆ ਖਾਧਾ ਕਿਆ ਪੈਦਾ ਹੋਏ, ਜਮ ਨਾਹੀ ਸੱਚਾ ਸੋਏ। ਕਿਆ ਮਿੱਠਾ ਕਿਆ ਘਿਓ ਗੁੜ ਮਿੱਠਾ, ਕਿਆ ਮੇਵਾ ਕਿਆ ਮਾਸ, ਕਿਆ ਕਪੜ ਕਿਆ ਸੇ ਸੁਖਾਲੀ ਕੀ ਜੈ ਭੋਗ ਵਿਲਾਸ। ਨਾਨਕ ਸੱਚੇ ਨਾਮ ਬਿਨ ਸਭੇ ਟੋਲ ਬਿਨਾ ਟੋਲਣਾ। ਮੈਂ ਪਦਾਰਥਾਂ ਦਾ, ਸਾਰੇ ਜਿਹੜੇ ਪਦਾਰਥ ਨੇ ਉਹ ਨਾਸ਼ਵੰਤ ਹਨ, ਮੱਥੇ ਨਹੀਂ ਲੱਗੇ ਔਰੰਗਜ਼ੇਬ ਦੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਨਾਵੇਂ ਸਤਿਗੁਰੂ ਜੀ ਨੇ ਹਿੰਦੂ ਧਰਮ ਦੀ ਰਕਸ਼ਾ ਵਾਸਤੇ ਸੀਸ ਤਾਂ ਬਲੀਦਾਨ ਕਰ ਦਿੱਤਾ, ਪਰ ਔਰੰਗਜ਼ੇਬ ਉਹਦੀ ਗੱਲ ਨਹੀਂ ਮੰਨੀ। ਆਖਿਆ ਤੇਰਾ ਰਸਤਾ ਹੋਰ ਹੈ, ਸਾਡਾ ਹੋਰ ਹੈ। ਤੂੰ ਧਰਮ ਦੀ ਹਾਨੀ ਕਰ ਰਿਹਾ, ਅਸੀਂ ਧਰਮ ਦੀ ਰਕਸ਼ਾ ਕਰਨੀ ਹੈ। ਤੋ ਇਸ ਲਈ ਜਿਹੜਾ ਜ਼ਾਲਮ ਬਾਦਸ਼ਾਹ ਦਾ ਸਾਥ ਦਿੰਦਾ ਹੈ, ਸੋ ਵੀ ਜ਼ਾਲਮ ਮੰਨਣਾ ਚਾਹੀਦਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਹੀ ਨਹੀਂ ਮੰਨੀ, ਚੜ੍ਹਦੀ ਕਲਾ ਦੇ ਵਿੱਚ ਰਹੇ, ਜ਼ੁਲਮ ਦਾ ਮੁਕਾਬਲਾ ਕੀਤਾ ਡਟ ਕੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਛੋਟੀਆਂ ਮੋਟੀਆਂ 14 ਲੜਾਈਆਂ ਲੜੀਆਂ ਨੇ। ਰਾਜਿਆਂ ਨਾਲ ਸਾਡਾ ਕੰਮ ਕੀ ਹੋਇਆ? ਉਹਨਾਂ ਨੇ ਪਾਪ ਕਰਮ ਬਾਰੇ, ਦੁਨੀਆ ਦੇ ਘਾਣ ਬਾਰੇ ਸੋਚਣਾ ਹੋਇਆ, ਤੋ ਗੁਰੂ ਘਰ ਵੱਲੋਂ ਧਰਮ ਦੀ ਰਕਸ਼ਾ ਬਾਰੇ ਸੋਚਣਾ ਹੋਇਆ। ਇਸ ਲਈ ਪਾਤਸ਼ਾਹ ਜੀ ਕਬੀਰ ਸਾਹਿਬ ਦੀ ਰਚਨਾ ਦੇ ਵਿੱਚ ਸ਼ਬਦ ਰੱਖ ਕੇ ਉਪਦੇਸ਼ ਦੇ ਰਹੇ ਨੇ,
कबीर संगत करिए साध की अंत करे निर्वाहो, सागत संग न कीजिए जाते हुए बनाओ। सागतां दी संगत कदी भी ना करो, ਇਹਦੇ ਨਾਲ ਨਾਸ਼ ਹੀ ਨਾਸ਼ ਹੁੰਦਾ ਹੈ। कबीर सागत संग न कीजिए दूरें जाइए भाग, बसन करो परसीए तो कश लागे दाग। जिन्ना मर्जी बंदा भला होवे, चंगा होवे, सियाना होवे, चिट्टे कपड़े पा के काले भांडे कोल जाएगा तो थोड़ी बहुती ਉਹਨੂੰ ਖਹਿਬਾਜੀ ਲੱਗ ਕੇ ਚਿੱਟਾ ਕੱਪੜਾ ਕਾਲਾ ਹੋ ਹੀ ਜਾਏਗਾ। ਇਸ ਲਈ ਕਾਲੇ ਬਰਤਨ ਦੇ ਕੋਲ ਜਾਣਾ ਹੀ ਇੱਕ ਗੁਨਾਹ ਹੈ। ਜਿਹਨੇ ਆਪਦੇ ਵਸਤਰਾਂ ਨੂੰ ਸਵਾਰ ਕੇ ਰੱਖਣਾ ਹੈ। ਤੁਸੀਂ ਵੇਖੋ ਕਿ ਚੌਲਾਂ ਦੀ ਪ੍ਰਾਪਤੀ ਵਾਸਤੇ ਦੋਹਾਂ ਨੂੰ ਵੀ ਮੋਲੇ ਲੱਗਦੇ ਹਨ। ਇਸ ਲਈ ਜਿਹੜੇ ਭਲੇ ਪੁਰਸ਼ ਕੁਸੰਗੀਆਂ ਦੀ ਸੰਗਤ ਬੈਠਦੇ ਨੇ ਉਹਦੇ 'ਤੇ ਅਸਰ ਜ਼ਰੂਰ ਹੋ ਜਾਂਦਾ ਹੈ ਤੇ ਫਿਰ ਉਹਦਾ ਨਾਮ ਵੀ ਉਹਨਾਂ ਨਾਲ ਜੁੜ ਜਾਂਦਾ ਕਿ ਇਹ ਵੀ ਇਹਦੇ ਨਾਲ ਹੀ ਹੋਏਗਾ। ਜਿਹਦੇ ਤੋਂ ਚੋਰੀ ਦਾ ਮਾਲ ਮਿਲੇ ਉਹਨੂੰ ਵੀ ਚੋਰ ਸਮਝਿਆ ਜਾਂਦਾ, ਜਿਹੜਾ ਚੋਰ ਦਾ ਸਾਥ ਦੇਵੇ ਉਹਨੂੰ ਵੀ ਸਜ਼ਾ ਹੁੰਦੀ ਹੈ। ਤਾਂ ਪੁੱਛੇ ਧਰਮ ਰਾਏ, ਧਰਮ ਰਾਜੇ ਦੀ ਦਰਗਾਹ ਦੇ ਵਿੱਚ ਤਦੋਂ ਪੁੱਛਿਆ ਜਾਏਗਾ ਕਿ ਤੂੰ ਮਾੜੇ ਮਨੁੱਖ ਦਾ ਸਾਥ ਕਿਉਂ ਦਿੱਤਾ ਹੈ। ਇਹ ਮਹੱਲਾ ਪੰਜਵਾਂ ਸਿਰਲੇਖ ਵਿੱਚ 2 ਪੰਕਤੀਆਂ ਦਾ ਸ਼ਲੋਕ ਹੈ। ਇਹਦੇ ਵਿੱਚ ਵੱਖਰਾ ਪ੍ਰਕਰਨ ਸੀਗਾ, ਸੋ ਪ੍ਰਕਰਨ ਸੰਪੂਰਨ ਹੋਇਆ ਹੈ ਕਿ ਕੁਸੰਗੀਆਂ ਦੀ ਸੰਗਤ ਨਾ ਕਰੋ। ਕਬੀਰ ਸਾਹਿਬ ਜੀ ਦੇ ਸ਼ਲੋਕਾਂ ਵਿੱਚ ਵੀ ਆਉਂਦਾ ਹੈ, ਕਹਿੰਦੇ ਨੇ ਕਿ ਉਹ ਝੂਲੇ ਉਹ ਚੀਰੀ ਹੈ ਸਾਗਤ ਸੰਗ ਨਾ ਹੀਰ। ਜਿਹੜਾ ਕੇਲਾ ਹੈ ਕੇਲਾ ਵੇਖੋ, ਜੇ ਬੇਰੀ ਦੇ ਨਾਲ ਹੋਵੇ ਉਹਨੂੰ ਬੇਰੀ ਦੀ ਸੰਗਤ ਹੋ ਜਾਏ। ਬੇਰੀ ਦੇ ਕੰਡੇ ਹੁੰਦੇ ਨੇ ਤੇ ਕਹਿੰਦੇ ਕੇਲੇ ਨਿਕਟ ਜੋ ਬੇਰ। ਕੇਲੇ ਦੇ ਕੋਲ ਜਿਹੜੀ ਬੇਰੀ ਹੈ, ਕੇਲੇ ਦੇ ਵੱਡੇ ਵੱਡੇ ਪੱਤਰੇ ਹੋਣ ਕਰਕੇ ਜਦ ਹਵਾ ਵਗਦੀ ਹੈ ਤੇ ਜਿਸ ਵਕਤ ਉਹ ਝੂਲਦਾ ਹੈ, ਉਹ ਝੂਲਿਆ ਉਹਦੇ ਆਨੰਦ 'ਚ ਝੂਲਦਾ ਹੈ ਕੇਲਾ, ਤੇ ਬੇਰੀ ਉਹਦੇ ਕੰਡੇ ਮਾਰ ਮਾਰ ਕੇ ਉਹਨੂੰ ਚੀਰੀ ਜਾਂਦੀ ਹੈ, ਚੀਰ ਫਾੜ ਕਰੀ ਜਾਂਦੀ ਹੈ। ਤੋ ਇਸ ਲਈ ਸਾਗਤ ਸੰਗ ਨਾ ਹੀਰ। ਸਾਗਤ ਦੇ ਕੋਲ ਬੈਠਣ ਤੋਂ, ਸ਼ੋਭਤ ਕਰਨ ਤੋਂ ਥੋੜ੍ਹਾ ਬਹੁਤਾ ਨੁਕਸਾਨ ਸਹਾਰਨਾ ਪੈਂਦਾ ਹੈ। ਬੇਰੀ ਦੇ ਕੰਡਿਆਂ ਦੀ ਤਰ੍ਹਾਂ ਆ ਵੀ ਦੁਖੀ ਹੋਣਾ ਪੈਂਦਾ ਹੈ। ਇਹ ਪ੍ਰਕਰਨ ਮਹਾਰਾਜ ਨੇ ਸੰਪੂਰਨ ਕੀਤਾ। ਅੱਗੇ ਹੁਣ ਪੌੜੀ ਵੱਖਰੇ ਪ੍ਰਕਰਨ ਵਾਲੀ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੌੜੀ ਉਚਾਰ ਰਹੇ ਹਨ। ਆਪੇ ਹੀ ਵੱਡ ਪਰਵਾਰ ਪਰਮੇਸ਼ਰ ਆਪ ਹੀ ਸਰਗੁਣ ਸਰੂਪ ਦੇ ਵਿੱਚ ਸੰਸਾਰ ਰੂਪ ਵੱਡੇ ਪਰਿਵਾਰ ਵਾਲਾ ਹੈ। ਆਪ ਏਕਾਤੀਆ ਅਤੇ ਆਪ ਹੀ ਇਕਾਂਤ ਵਿੱਚ ਰਹਿਣ ਵਾਲਾ ਨਿਰਗੁਣ ਸਰੂਪ ਹੈ। ਇਸੇ ਪ੍ਰਕਾਰ ਆਪੇ ਹੀ ਵੱਡ ਪਰਿਵਾਰ ਆਪ ਹੀ ਗ੍ਰਸਤੀ ਰੂਪ ਹੋ ਕੇ ਵੱਡੇ ਪਰਿਵਾਰ ਵਾਲਾ ਹੈ। ਆਪ ਹੀ ਸਰਬ ਕਲਾ ਸਮਰੱਥ ਮਾਇਆ ਸਬਲ ਈਸ਼ਰ ਰੂਪ ਹੋ ਕੇ ਦੇਵੀ ਸਮਤਾ ਰੂ ਵੱਡੇ ਪਰਿਵਾਰ ਵਾਲਾ ਹੈ। ਆਪ ਏਕਾਤੀਆ ਅਤੇ ਆਪ ਹੀ ਇਕਾਂਤ ਵਿੱਚ ਰਹਿਣ ਵਾਲਾ, ਭਾਵ ਤੁਰਿਆ ਪਦ ਵਿੱਚ ਅਸਥਿਤ ਹੋਣ ਵਾਲਾ ਤਤ ਬੇਤਾ ਰੂਪ ਹੈ। ਆਪਣੀ ਕੀਮਤ ਆਪ ਪਰਮੇਸ਼ਰ ਨੇ ਆਪਣੀ ਪ੍ਰਾਪਤੀ ਦੀ ਕਦਰੋ ਕੀਮਤ ਆਪੇ ਹੀ ਜਾਤੀਆ ਆਪਣੇ ਆਪ ਹੀ ਜਾਣਨਾ ਕੀਤੀ ਹੈ। ਸਭ ਕਿਛ ਆਪੇ ਆਪੇ ਸਭ ਕੁਝ ਪਰਮੇਸ਼ਰ ਆਪਣਾ ਆਪ ਰੂਪ ਹੈ। ਆਪੇ ਉਪੰਨਿਆ ਅਤੇ ਆਪ ਹੀ ਸ੍ਰਿਸ਼ਟੀ ਨੂੰ ਵਾਹਿਗੁਰੂ ਜੀ ਨੇ ਪੈਦਾ ਕੀਤਾ ਹੈ। ਆਪਣਾ ਕੀਤਾ ਆਪ ਜੋ ਆਪਣਾ ਆਪ ਰੂਪ ਸੰਸਾਰ ਪੈਦਾ ਕੀਤਾ ਹੋਇਆ ਹੈ। ਆਪੇ ਵਰਨਿਆ ਇਸ ਦਾ ਵਰਣਨ ਵੀ ਆਪ ਹੀ ਕਰਨੇ ਵਾਲਾ ਹੈ। ਧਨ ਸੋ ਤੇਰਾ ਥਾਨ ਇਹ ਪਰਮੇਸ਼ਰ
ਉਹ ਤੇਰਾ ਸਾਧ ਸੰਗਤ ਰੂਪ ਅਸਥਾਨ ਧਨਤਾ ਦੇ ਯੋਗ ਹੈ। ਜਿੱਥੈ ਤੂੰ ਉਠਾ ਜਿੱਥੇ ਤੂੰ ਵਸਦਾ ਪਿਆ ਹੈ। ਸਾਧ ਸੰਗਤ ਸੱਚਖੰਡ ਹੈ, ਆਏ ਝਰੋਖੈ ਖੋਲ੍ਹੈ ਬਾਰੀ। ਬੂਹੇ ਬਾਰੀਆਂ ਖੁੱਲੀਆਂ ਹੋਣ, ਹਵਾ ਹੁਵਾ ਆਉਂਦੀ ਹੋਏ, ਸਾਹ ਸੌਖਾ ਰਹਿੰਦਾ ਹੈ। ਤੇ ਅੱਜ ਕੱਲ ਘਰ ਏਸੀ ਤਾਂ ਬਣ ਜਾਂਦੇ ਨੇ, ਮੈਂ ਤਾਂ ਬਿਲਕੁਲ ਹੀ ਨਿਕੰਮੇ ਸਮਝਦਾ। ਨਾ ਏਸੀ ਚੱਲੇ, ਨਾ ਬਿਜਲੀ ਆਏ, ਤੇ ਨਾ ਆਪਾਂ ਹਵਾ ਲੈ ਸਕੀਏ। ਉਹ ਪੁਰਾਣੇ ਘਰਾਂ 'ਚ ਰੋਸ਼ਨਦਾਨ ਘੱਟੋ ਘੱਟ ਬਾਰੀਆਂ ਤਾਂ ਹੁੰਦੀਆਂ ਸੀ, ਬੰਦਾ ਖੋਲ੍ਹ ਕੇ ਸਾਹ ਸੌਖਾ ਤਾਂ ਲੈ ਲੈਂਦਾ। ਜਾਂਦਾ ਏਸੀ ਚੱਲਣ ਫਿਰ ਵੀ ਹੈ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਸੰਗਤ 'ਚ ਬੈਠਣਾ ਤੇ ਬੂਹੇ ਬਾਰੀਆਂ ਖੋਲ੍ਹ ਕੇ ਬੈਠੋ, ਕਮ ਸੇ ਕਮ ਹਵਾ ਤੇ ਆਏ। ਜੇ ਸਾਹ ਹੀ ਔਖਾ ਰਿਹਾ ਫਿਰ ਰੱਬ ਨੂੰ ਕੀ ਪਾਉਣਾ ਹੈ। ਸਰੀਰ ਤਾਂ ਸੌਖਾ ਰਹਿਣਾ ਚਾਹੀਦਾ। ਜਿਹਨੇ ਤਪ ਕਰਨਾ, ਭਗਤੀ ਕਰਨੀ ਹੈ, ਗੁਰੂ ਘਰ ਵਿੱਚ ਹੱਠ ਤਪ ਨਹੀਂ, ਪਿਆਰ ਦੀ ਖੇਡ ਹੈ। ਇਸੇ ਤਰ੍ਹਾਂ ਜਦ ਸਰੀਰ ਨੂੰ ਸਾਧ ਸੰਗਤ ਦੇ ਵਿੱਚ ਬਿਠਾ ਲਈਏ ਤਾਂ ਬੂਹੇ ਬਾਰੀਆਂ ਖੋਲ੍ਹਣ ਦੀ ਤਰ੍ਹਾਂ ਆਪਦੇ ਕੰਨ ਖੋਲ੍ਹ ਕੇ ਬੈਠੀਏ। ਕੰਨਾਂ ਨੂੰ ਹੈੱਡਫੋਨ ਨਾ ਲਾਏ ਹੋਣ ਤੇ ਜਾਂ ਗੱਲਾਂ ਹੀ ਨਾ ਮਾਰੀ ਜਾਈਏ। ਜੇ ਆਪਦੀਆਂ ਗੱਲਾਂ ਕਰੀ ਗਏ, ਸੁਣੀ ਗਏ, ਫਿਰ ਸੰਗਤ ਦਾ ਸੁਣਾਂਗੇ ਕੀ। ਇਸ ਲਈ ਅੱਖਾਂ ਖੋਲ੍ਹ ਕੇ ਬੈਠੀਏ ਤਾਂ ਕਿ ਗੁਰੂ ਸਾਹਿਬ ਦੇ ਦਰਸ਼ਨ ਹੋਣ। ਜੇ ਬਹਿੰਦਿਆਂ ਸਾਰੀ ਨੇਤਰ ਬੰਦ ਕਰ ਲਏ, ਯਾਨੀ ਕਿ ਨੀਂਦਰ ਦੇ ਵਿੱਚ ਚਲੇ ਗਏ, ਫਿਰ ਸਮਝ ਕੀ ਆਏਗੀ। ਇਸ ਲਈ ਨੇਤਰੀ ਸਤਿਗੁਰ ਵੇਖਣਾ, ਸ਼ਰਵਣੀ ਸੁਣਨਾ ਗੁਰ ਨਾਉ, ਤੇ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ। ਪੁਰਾਣੀ ਸੰਗਤ ਹੁੰਦੀ ਸੀਗੀ, ਅੱਜ ਕੱਲ੍ਹ ਵੇਖੀਦਾ ਗੇਟਾਂ ਦੇ ਅੰਦਰ ਇੱਕ ਤਾਂ ਸਿਰ ਵੀ ਨੰਗਾ ਹੁੰਦਾ, ਇੱਕ ਮੋਬਾਇਲ ਕੰਨਾਂ ਨੂੰ ਲੱਗੇ ਹੁੰਦੇ ਨੇ, ਤੇ ਇੱਕ ਦੂਜੇ ਨਾਲ ਆਪਾਂ ਨਿੰਦਿਆ ਚੁਗਲੀ ਗੱਲਾਂ ਬਾਤਾਂ ਕਰਦੇ ਹੋਏ ਗੁਰਦੁਆਰੇ ਆਉਂਦੇ ਆ। ਪੁਰਾਣੀ ਸੰਗਤ ਹੁੰਦੀ ਸੀਗੀ, ਢੋਲਕੀ ਚਮਟੇ ਖੜਕਾਉਂਦੀਆਂ, ਸਤਿਨਾਮ ਵਾਹਿਗੁਰੂ ਦਾ ਜਾਪ ਜਪਦੇ ਆ। ਇਸ ਤਰ੍ਹਾਂ ਪ੍ਰਭਾਤ ਫੇਰੀ ਜਾਂਦੀ ਹੈ। ਇਸ ਤਰ੍ਹਾਂ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਸਨ। ਗੱਡੀਆਂ ਮੋਟਰਾਂ ਦੇ ਵਿੱਚ ਵੀ ਕੀਰਤਨ ਕਰਦੇ ਆਉਂਦੇ ਜਾਂਦੇ ਸਨ। ਤੇ ਇਸ ਲਈ ਜਦ ਵੀ ਗੁਰੂ ਘਰ ਵੱਲ ਤੁਰੀਏ ਤਾਂ ਉਸੇ ਵਕਤ ਹੀ ਸਾਡੀ ਹਾਜ਼ਰੀ ਗੁਰੂ ਘਰ ਦੇ ਵਿੱਚ ਆਰੰਭ ਹੋ ਜਾਂਦੀ ਹੈ। ਤਾਂ ਜ਼ਬਾਨ ਤੋਂ ਜਪਜੀ ਸਾਹਿਬ ਦਾ ਪਾਠ ਜਾਂ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਲੈਣਾ ਚਾਹੀਦਾ। ਜੇ ਕੁਛ ਵੀ ਨਹੀਂ ਹੁੰਦਾ, ਵਾਹਿਗੁਰੂ ਵਾਹਿਗੁਰੂ ਤਾਂ ਕਰ ਹੀ ਸਕਦੇ ਹਾਂ। ਮੂਲ ਮੰਤਰ ਦਾ ਪਾਠ ਕਰਦਿਆਂ ਆਉਂਦਿਆਂ ਜਾਂਦਿਆਂ ਸਮਾਂ ਸਫਲ ਹੁੰਦਾ ਹੈ। ਤੇ ਇਸ ਵਾਸਤੇ ਜਿਹੜੀ ਸਾਧ ਸੰਗਤ ਹੈ, ਇਹਦੇ ਵਿੱਚ ਆ ਕੇ ਬੈਠਣ ਦਾ ਲਾਭ ਤਾਂ ਹੈ ਜੇ ਆਪਦੇ ਬੂਹੇ ਬਾਰੀਆਂ ਖੋਲ੍ਹ ਕੇ ਬੈਠਾਂਗੇ। ਯਾਨੀ ਕਿ ਅੱਖਾਂ ਖੁੱਲੀਆਂ ਹੋਣੀਆਂ ਚਾਹੀਦੀਆਂ, ਕੰਨ ਖੁੱਲ੍ਹੇ ਹੋਣੇ ਚਾਹੀਦੇ ਨੇ। ਆਏ ਝਰੋਖੈ ਖੋਲ੍ਹੈ ਬਾਰੀ, ਤਾਂ ਕਿ ਕੰਨਾਂ ਵਿੱਚ ਕੋਈ ਚੰਗੀ ਆਵਾਜ਼ ਪਏ। ਨੇਤਰਾਂ ਦੇ ਨਾਲ ਭਲੇ ਪੁਰਸ਼ਾਂ ਦੇ ਹਰ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਹੋਣ। ਤੇ ਰਸਨਾ ਜਿਹੜੀ ਹੈ ਇਹਨੂੰ ਵੀ ਘੁਮਾਉਂਦੇ ਰਹਿਣਾ ਚਾਹੀਦਾ। ਮੂਲ ਮੰਤਰ ਦੇ ਜਾਪ ਵਿੱਚ ਤੇ ਵਾਹਿਗੁਰੂ ਨਾਮ ਦੇ ਜਾਪ ਵਿੱਚ, ਗੁਰੂ ਸਾਹਿਬ ਜੀ ਦੀ ਬਾਣੀ ਦੇ ਨਿਤਨੇਮ ਦੇ ਵਿੱਚ ਇਹ ਪੂਰਾ ਲਾਭ ਲਈਏ। ਸਰੀਰ ਨੂੰ ਸਾਰੇ ਨੂੰ ਹੀ ਸਫਲਤਾ ਮਿਲਦੀ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਉਹ ਜਿਹੜਾ ਤੇਰਾ ਥਾਨ ਹੈ ਸਾਧ ਸੰਗਤ ਰੂਪ, ਜਿਹਦੇ ਵਿੱਚ ਗੁਰੂ ਕੀ ਸੰਗਤ ਲਾਭ ਲੈਂਦੀ ਹੈ। ਸਵੇਰ ਸ਼ਾਮ ਦਿਨ ਰਾਤ ਅੱਠੇ ਪੈਰ ਜਿੱਥੇ ਤੂੰ ਵਸਦਾ ਪਿਆ ਹੈ। ਸੱਚਖੰਡ ਵਸੈ ਨਿਰੰਕਾਰ, ਨਾਨਕ ਕਹਿ ਕਰ ਕੇਵਲ ਨਾਮ। ਹਰਖ ਆਨੰਦ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕੋ ਦੀਆ। ਜਿੱਥੇ ਨਾ ਕੋਈ ਖੁਸ਼ੀ ਹੈ ਨਾ ਕੋਈ ਗਮੀ ਹੈ, ਹਮੇਸ਼ਾ ਪ੍ਰਸੰਨਤਾ ਹੈ, ਉਹ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਾਹਿਗੁਰੂ ਜੀ ਨੇ ਬਖਸ਼ਿਆ। ਔਰ ਉਸ ਘਰ ਦੇ ਵਿੱਚ ਵਾਹਿਗੁਰੂ ਜੀ ਆਪ ਵਸਦਾ ਹੈ। ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ। ਨਾਰਦ ਮੁਨੀ ਨੂੰ ਭਗਵਾਨ ਕਹਿਣ ਲੱਗਾ ਕਿ ਮੇਰਾ ਆਪਣਾ ਘਰ ਸਾਧ ਸੰਗਤ ਹੈ, ਜੱਦੀ ਪੁਰਸ਼ੀ ਘਰ। ਇੱਕ ਦਿਨ ਉਹ ਸਾਰੀ ਦਿਹਾੜੀ ਲੱਭਦਾ ਰਿਹਾ। ਕਹਿੰਦਾ ਮਹਾਰਾਜ, ਨਾ ਤੁਸੀਂ ਬੈਕੁੰਠ 'ਚ ਮਿਲੇ, ਨਾ ਤੁਸੀਂ ਖੀਰ ਸਮੁੰਦਰ ਦੇ ਵਿੱਚ ਮਿਲੇ, ਨਾ ਤੁਸੀਂ ਸ਼ੇਸ਼ਨਾਗ ਦੀ ਸੇਜਾ ਤੇ ਮਿਲੇ। ਆਪ ਕਿੱਥੇ ਸੀ? ਕਹਿੰਦੇ ਨਾਰਦ ਮੁਨੀ, ਮੇਰਾ ਆਪਦਾ ਘਰ ਹੈ ਸਾਧ ਸੰਗਤ। ਮੈਂ ਸਾਧ ਸੰਗਤ ਦੇ ਵਿੱਚ ਸੀਗਾ, ਕੀਰਤਨ ਸੁਣ ਰਿਹਾ ਸੀ।
ਸੋ ਜਿੱਥੇ ਕੀਰਤਨ ਹੁੰਦਾ ਹੋਵੇ, ਮਹਾਰਾਜ ਦੀ ਬਾਣੀ ਦਾ ਪ੍ਰਵਾਹ ਚੱਲਦਾ ਹੋਵੇ, ਉੱਥੇ ਵਾਹਿਗੁਰੂ ਜੀ ਆਪ ਬੈਠ ਕੇ ਸੁਣਦੇ ਨੇ। ਇਹ ਮਹਾਰਾਜ ਨੇ ਬਾਣੀ ਵਿੱਚ ਆਪ ਲਿਖਿਆ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੇ ਵਿੱਚ ਹਰੀ ਪ੍ਰਮਾਤਮਾ ਆਪ ਵਸਦਾ ਹੈ। ਇਸੇ ਵਾਸਤੇ ਗੁਰੂ ਘਰ ਕਹਿੰਦੇ ਨੇ। ਤੋ ਮਹਾਰਾਜ ਹਮੇਸ਼ਾ ਹੈ ਤੇ ਹਰ ਇੱਕ ਜਗ੍ਹਾ ਤੇ ਹਾਜ਼ਰ ਨਾਜ਼ਰ, ਪਰ ਜਿੱਥੇ ਸਾਧੂ ਕਥਾ ਕੀਰਤਨ ਕਰਦੇ ਹੋਣ, ਭਜਨ ਕਰਦੇ ਹੋਣ, ਉੱਥੇ ਮਹਾਰਾਜ ਵਿਸ਼ੇਸ਼ ਪੁੱਜ ਕੇ ਜਾਂਦਾ। ਜੈ ਹੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੋਂ ਨਾ ਛੁੱਟੇ ਨਿਕਲ ਨਾ ਜਾਈਓ ਦੂਤ। ਜਮਦੂਤਾਂ ਨੂੰ ਇੱਥੇ ਆਉਣ ਦੀ ਮਨਾਹੀ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਜੀਵਨ ਵੇਖੋ। ਸਭ ਤੋਂ ਪਹਿਲਾਂ ਸ੍ਰੀ ਸੁਲਤਾਨਪੁਰ ਲੋਧੀ ਤੋਂ ਚੱਲੇ ਪਹਿਲੀ ਉਦਾਸੀ ਵਕਤ ਤਾਂ 7 ਦਿਨ ਦੇ 7 ਰਾਤਾਂ ਵਿੱਚ ਪਹੁੰਚੇ ਕਿੱਥੇ? ਏਮਨਾਬਾਦ ਸ਼ਹਿਰ। ਇਹਦੇ ਘਰ ਇੱਕ ਗਰੀਬ ਮਨੁੱਖ ਮਿਸਤਰੀ ਦਾ ਕੰਮ ਕਰਨ ਵਾਲਾ ਭਾਈ ਲਾਲੋ ਦੇ ਘਰ, ਜਿਹੜਾ ਰੱਬ ਦਾ ਭਗਤ ਬੰਦਗੀ ਵਾਲਾ ਸੀ। ਉਹ ਮਹਾਰਾਜ ਨੂੰ ਜਾਣਦਾ ਨਹੀਂ ਸੀਗਾ, ਪਰ ਗੁਰੂ ਸਾਹਿਬ ਨੇ ਉਹਦਾ ਕੁੰਡਾ ਖੜਕਾਇਆ ਤੇ ਉਹਦਾ ਮਨ ਦਰਸ਼ਨ ਕਰਕੇ ਸ਼ਾਂਤ ਹੋ ਗਿਆ। ਮਰਦਾਨੇ ਨੂੰ ਪੁੱਛਿਆ ਵੀ ਇਹ ਕੌਣ ਨੇ? ਉਹਨੇ ਦੱਸਿਆ ਵੀ ਭਾਗਾਂ ਵਾਲਿਆ ਪੈਰ ਫੜ ਲੈ, ਇਹ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਸੋ ਇਸ ਲਈ ਸੰਤਾਂ ਭਗਤਾਂ ਨੂੰ ਦਰਸ਼ਨ ਦੇਣ ਲਈ ਵੇਖੋ ਗੁਰੂ ਸਾਹਿਬ ਵਿਚਰਦੇ ਸਨ। ਕਿੱਥੇ? ਸਮੀਰ ਪਰਬਤ ਤੇ ਸਿੱਧਾਂ ਨੂੰ ਜਾ ਕੇ ਦਰਸ਼ਨ ਦਿੱਤੇ। ਇਉਂ ਜੇ ਤੁਸੀਂ ਆਪਦੇ ਘਰ ਬੈਠੇ ਵੀ ਭਜਨ ਕਰੋਗੇ, ਮਹਾਂਪੁਰਖਾਂ ਨੇ ਸ਼ਰਧਾ ਵਾਲਾ ਬਚਨ ਗੁਰਬਾਣੀ ਪਾਠ ਦਰਪਣ ਪੋਥੀ 'ਚ ਲਿਖਿਆ ਕਿ ਜਦ ਗੁਰੂ ਦਾ ਸਿੱਖ ਆਪਦੇ ਬੈੱਡ ਉੱਪਰ ਚੌਂਕੜਾ ਮਾਰ ਕੇ ਸ੍ਰੀ ਕੀਰਤਨ ਸੋਹਿਲੇ ਦਾ ਪਾਠ ਕਰਦਾ, ਸਰਾਣੇ ਵੱਲ ਮੂੰਹ ਕਰਕੇ, ਤਾਂ ਸਰਾਣੇ ਵਾਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਣਦੇ ਹੁੰਦੇ ਨੇ। ਜਦੋਂ ਵੀ ਗੁਰਸਿੱਖ ਬਾਣੀ ਦਾ ਪਾਠ ਪੜ੍ਹਦਾ ਤੇ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਹੋ ਕੇ ਸੁਣਦੇ ਨੇ। ਗੁਰਸਿੱਖ ਦੀ ਭਾਵਨਾ ਹੈ। ਬਾਗੇ ਪੁਰਾਣੀ ਦੇ ਕੋਲ ਬਠਿੰਡਾ ਰੋਡ ਤੇ ਇੱਕ ਲਦਾਈ ਕੇ ਪਿੰਡ ਦੇ ਬਾਹਰ-ਬਾਰ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਕਲਿਆਣਸਰ ਸਾਹਿਬ ਲਦਾਈ ਕੇ ਹੈ, ਜਿੱਥੇ ਕੀੜਿਆਂ ਵਾਲੇ ਸੱਪ ਨੂੰ ਮਹਾਰਾਜ ਨੇ ਚਰਨ ਛੁਹਾ ਕੇ ਤਾਰਿਆ ਸੀ। ਉੱਥੋਂ ਦੇ ਮਹਾਂਪੁਰਖ ਬਾਬਾ ਦਾਨ ਸਿੰਘ ਜੀ ਹੁੰਦੇ ਸਨ। ਉਹਨਾਂ ਦੇ ਤਾਂ ਮੈਂ ਦਰਸ਼ਨ ਕੀਤੇ ਨੇ। ਤੇ ਹੁਣ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਆਪਣੇ ਉਸਤਾਦ ਉੱਥੇ ਸੇਵਾ ਨਿਭਾ ਰਹੇ ਨੇ। ਬਾਬਾ ਦਾਨ ਸਿੰਘ ਜੀ ਤੋਂ ਪਹਿਲਾਂ ਮਹਾਂਪੁਰਖ ਹੁੰਦੇ ਸੀ। ਪਿੰਡਾਂ ਦੇ ਵਿੱਚ ਕੌਣ ਕਥਾ ਸੁਣਦਾ? ਪਿੰਡ ਤੋਂ ਬਾਰ-ਬਾਰ ਹੋਣ ਕਰਕੇ ਮੱਥਾ ਟੇਕਣ ਵੀ ਕੋਈ ਵਿਰਲਾ ਹੀ ਆਉਂਦਾ। ਫਿਰ ਜਿੱਥੇ ਰੋਜ਼ ਕਥਾ ਹੋਣ ਲੱਗ ਪਏ, ਲੋਕ ਸੋਚਦੇ ਵੀ ਬਾਬਿਆਂ ਦਾ ਕੰਮ ਹੀ ਇਹ ਆ, ਆਪਦਾ ਮੱਝਾਂ ਚੋਣੀਆਂ, ਹੋਰ ਪੱਠੇ ਦੱਥੇ ਪਾਉਣੇ, ਘਰ ਦੇ ਕਾਰੋਬਾਰ ਕਰਨੇ, ਛੱਡੋ ਖੈੜਾ। ਲੋਕ ਗੁਰਦੁਆਰੇ ਨੂੰ ਛੱਡ ਦਿੰਦੇ ਨੇ। ਬੱਚੇ ਤਾਂ ਬਿਲਕੁਲ ਹੀ ਨਹੀਂ ਆਉਂਦੇ, ਬਜ਼ੁਰਗ ਵੀ ਛੱਡ ਦਿੰਦੇ। ਗੁਰੂ ਘਰ ਖਾਲੀ ਪਏ ਨੇ, ਬੜੀਆਂ ਸੋਹਣੀਆਂ ਇਮਾਰਤਾਂ ਬਣਾ ਕੇ ਛੱਡੀਆਂ ਹੋਈਆਂ। ਉਹ ਗੁਰਦੁਆਰਾ ਖਾਲੀ ਹੋਣਾ, ਬਾਬਾ ਜੀ ਨੂੰ ਉੱਚੀ ਉੱਚੀ ਬੋਲੀ ਜਾਣਾ, ਉੱਚੀ ਉੱਚੀ ਕਥਾ ਕਰੀ ਜਾਣੀ। ਲਾਗੇ ਬੈਠੇ ਸਿੰਘ ਨੇ ਔਖੇ ਹੋਣਾ ਵੀ 1.5 2 ਘੰਟੇ ਲਾ ਦਿੰਦੇ, ਭੋਗ ਹੀ ਨਹੀਂ ਪਾਉਂਦੇ। ਚੌਂਕੜਾ ਮਾਰਨਾ ਕਿਹੜਾ ਸੌਖਾ? ਵੀ ਸਿੰਘਾਂ ਦੀਆਂ ਸੇਵਾਵਾਂ, ਦਿਨ ਰਾਤ ਡਿਊਟੀਆਂ ਹੁੰਦੀਆਂ ਤੇ ਜ਼ਿੰਮੇਵਾਰੀਆਂ। ਉਹਨੇ ਇੱਕ ਵਾਰ ਕਹਿ ਹੀ ਦਿੱਤਾ, ਕਹਿੰਦਾ ਬਾਬਾ ਜੀ ਕੀ ਐਵੇਂ ਰੌਲਾ ਪਾਈ ਜਾਂਦੇ 2 ਘੰਟੇ, ਆਪਦਾ ਮਾੜਾ ਮੋਟਾ ਸਗਨ ਮੇਲਾ ਕੀਤਾ। ਪਿੰਡ ਜਿਸ ਤਰ੍ਹਾਂ ਪਿੰਡਾਂ 'ਚ ਗ੍ਰੰਥੀ ਕਰਦੇ ਨੇ, ਉਹ 1000 ਰੁਪਈਏ ਤੇ 2-2 ਤੇ ਰੱਖੇ ਹੁੰਦੇ, ਉਹਨਾਂ ਵੀ ਕੀ ਕਰਨਾ? ਆਦ ਪੜ੍ਹਿਆ, ਅੰਤ ਪੜ੍ਹਿਆ, ਵਿੱਚੋਂ ਦਰਸ਼ਨ ਕਰਿਆ। 5 ਜਪਜੀ ਦੀਆਂ ਪੌੜੀਆਂ ਤੇ 5 ਆਨੰਦ ਦੀਆਂ ਤੇ ਆਸਾ ਦੀ ਵਾਰ ਦਾ 1 ਸ਼ਲੋਕ ਮਸਾਂ ਹੀ। 1 ਨਹੀਂ ਤਾਂ 2, 2 ਨਹੀਂ ਤਾਂ 5। ਬਹੁਤਾ ਕੰਮ ਨਹੀਂ, ਨਾ ਕੋਈ ਸੁਣਨ ਵਾਲਾ ਨਾ ਕੋਈ ਪੜ੍ਹਨ ਵਾਲਾ। ਸਤਿਨਾਮ ਵਾਹਿਗੁਰੂ। ਪਹਿਲਾਂ ਅਖੰਡ ਪਾਠ ਸਾਹਿਬ ਹੁੰਦੇ ਸੀ, ਫਿਰ ਸਹਿਜ ਪਾਠ ਦੇ ਸਹਿਜ ਪਾਠ ਤੋਂ ਵੀ ਗੱਲ ਹੁਣ ਅੱਗੇ ਸੁਖਮਨੀ ਸਾਹਿਬ ਦੀ ਚਲੀ ਗਈ। ਛੋਟਾ ਜਿਹਾ ਪਾਠ ਕਰੋ ਤੇ ਚੜ੍ਹਦੀ ਕਲਾ, ਅਰਦਾਸ ਕਰੋ। ਹੁਣ ਸੁਖਮਨੀ ਸਾਹਿਬ ਵੀ ਗਿਆ। ਮੈਂ ਹਾਂਗਕਾਂਗ ਸੀਗਾ, ਇੱਕ ਸਿੰਧੀ ਪਰਿਵਾਰ ਆਇਆ, ਕਹਿੰਦੇ ਜੀ ਅਰਦਾਸ ਕਰੋ। ਤੇ ਸ਼ਬਦ ਪੜ੍ਹਨੇ ਨੇ ਸਿਰਫ 3 ਗਿਣਤੀ ਦੇ, ਛੋਟੇ ਅੱਧੇ ਘੰਟੇ ਜੀ ਸਾਰੀ ਸਮਾਪਤੀ ਕਰ ਦੇਣੀ ਹੈ। ਮੈਂ ਕਿਹਾ ਜੀ 7 ਵਜਨ ਤੇ ਅਰਦਾਸ ਦੱਸੋ ਕੀ ਕਰਨੀ ਹੈ?
ਕੋਈ ਬਜ਼ੁਰਗ ਚੜ੍ਹਾਈ ਕਰ ਗਏ, ਬਾਹਰਲੀ ਕੰਟਰੀਆਂ 'ਚ ਸਮਾਂ ਨਹੀਂ ਕਿਸੇ ਕੋਲ, ਬੜੀ ਮੁਸ਼ਕਲ ਸਮਾਂ ਨਿਕਲਦਾ, ਨਾ ਜਗ੍ਹਾ ਹੈ ਉਹਨਾਂ ਦੇਸ਼ਾਂ ਦੇ ਵਿੱਚ। ਸਿੰਧੀ ਪਰਿਵਾਰ ਤਾਂ ਮਹਾਰਾਜ ਦੀ ਕਿਰਪਾ ਨਾਲ ਕਾਫੀ ਅਮੀਰ ਨੇ, ਫਿਰ ਵੀ ਘਰਾਂ ਦੇ ਵਿੱਚ ਜ਼ਿੰਮੇਵਾਰੀ ਹੋ ਜਾਂਦੀ, ਤੇ ਗੁਰੂ ਘਰ ਵੀ ਹਾਜ਼ਰੀ ਭਰਨੀ ਪੈਂਦੀ। ਅਖੰਡ ਪਾਠ ਵੀ ਗਿਆ, ਸਹਿਜ ਪਾਠ ਵੀ ਗਿਆ, ਇੰਨੇ ਦਿਨ ਕੌਣ ਤੁਰਿਆ ਫਿਰੇ, ਤੇ ਬਾਡੀ ਨੂੰ ਮਸਾਂ ਟਾਈਮ ਮਿਲਦਾ, ਉਸੇ ਵੇਲੇ ਅਗਨ ਭੇਟ ਕਰਕੇ ਤੇ ਚਲੋ ਗੁਰਦੁਆਰੇ। ਅੱਧੇ ਘੰਟੇ 'ਚ ਕਹਿੰਦੇ ਸਮਾਪਤੀ ਕਰ ਦਿਓ, ਵਿੱਚ ਇਹ ਸ਼ਬਦ, ਵਿੱਚ ਇਹ ਆਨੰਦ ਸਾਹਿਬ, ਵਿੱਚ ਇਹ ਅਰਦਾਸ, ਵਿੱਚ ਇਹ ਹੁਕਮਨਾਮਾ। ਅਰਦਾਸ ਕੀ ਕਰਨੀ ਹੈ ਵੀ ਫਲਾਣਾ ਪੁਰਾਣੀ ਚੜ੍ਹਾਈ ਕਰਕੇ ਉਹਦੀ ਮੁਕਤੀ ਕਰ ਦੇ। ਮੈਂ ਕਿਹਾ ਵੀ ਅਰਦਾਸ ਤਾਂ ਬੜੀ ਸਖਤ ਹੈ ਤੇ ਬੜੀ ਵੱਡੀ ਹੈ, ਕਿਸੇ ਬੰਦੇ ਨੂੰ ਮੁਕਤ ਕਰਨਾ। ਫਿਰ ਮੈਂ ਵੀ ਗੱਲ 'ਚ ਪਰਨਾ ਪਾਇਆ ਤੇ ਮਹਾਰਾਜ ਨੂੰ ਬੇਨਤੀ, ਸੱਚਿਆ ਪਾਤਸ਼ਾਹ ਵੀ ਫਲਾਣਾ ਬੰਦਾ ਚੜ੍ਹਾਈ ਕਰ ਗਿਆ, ਵੀ ਸ਼ਬਦ ਇਹਨਾਂ ਤਿੰਨ ਹੀ ਪੜ੍ਹਾਏ ਨੇ, ਅੱਗੇ ਹੁਣ ਤੇਰੀ ਮਰਜ਼ੀ ਹੈ ਵੀ ਤਿੰਨਾਂ ਸ਼ਬਦਾਂ ਦਾ ਜੋ ਕੁਛ ਬਣਦਾ ਜੀਵ ਆਤਮਾ ਨੂੰ ਬਖਸ਼ ਦੇ, ਕੁਛ ਇਹਨਾਂ ਨੂੰ ਦੇ, ਕੁਛ ਸਾਨੂੰ ਵੀ ਚਾਹੀਦਾ। ਤੇ ਇਸ ਵਾਸਤੇ ਆਪ ਕਿਰਪਾ ਕਰੋ ਤੇ ਜੀਵ ਆਤਮਾ ਦਾ ਭਲਾ ਕਰੋ। ਦੱਸੋ, ਇੱਕ ਬੰਦੇ ਦੀ, ਇੱਕ ਰੂਹ ਦੀ ਮੁਕਤੀ ਕਰਨੀ, ਕਲਿਆਣ ਕਰਨੀ ਹੈ, ਤੇ ਅਖੰਡ ਪਾਠ, ਸਹਿਜ ਪਾਠ ਤੋਂ, ਸੁਖਮਨੀ ਸਾਹਿਬ ਤੋਂ ਵੀ ਆਪਾਂ ਚਲੇ ਗਏ, ਇਕੱਲਾ ਕੀਰਤਨ ਹੀ ਕਰੋ ਜੀ, ਤੇ ਉਹ ਵੀ ਵਿੱਚ ਰੌਲਾ ਪਿਆ ਹੁੰਦਾ, ਤੇ ਆਪਾਂ ਲੇਟ ਆਉਂਦੇ, ਮਿੰਟ ਦੀ ਮਿੰਟ ਪਰ ਅਰਦਾਸ ਸ਼ਾਮਲ ਹੋ, ਚੜ੍ਹਦੀ ਕਲਾ। ਕਿੰਨੀ ਹਾਸੋਹੀਣੀ ਬਾਤ ਹੈ। ਰੱਬ ਦੇ ਨਾਲ ਵੀ ਆਪਾਂ ਮਖੌਲ ਕਰਦੇ ਹਾਂ, ਇਹ ਕੋਈ ਰਿਵਾਜ ਥੋੜ੍ਹਾ ਆ, ਕੋਈ ਮਖੌਲ ਥੋੜ੍ਹਾ ਆ। ਕਿਸੇ ਬੰਦੇ ਦੀ ਜ਼ਿੰਦਗੀ ਦਾ ਕੰਮ ਹੈ ਵੀ ਉਹਨੇ ਜ਼ਿੰਦਗੀ ਪੂਰੀ ਸਾਡੇ ਲਈ ਜਿਉਈ, ਕਿੰਨਾ ਕੁਛ ਸਾਨੂੰ ਦੇ ਕੇ ਗਿਆ। ਜੇ ਉਹਦੇ ਨਿਮਿਤ ਆਪਾਂ 10 ਦਿਨ ਵੀ ਨਹੀਂ ਕੱਢ ਸਕਦੇ, 3-4 ਦਿਨ ਵੀ ਨਹੀਂ ਕੱਢ ਸਕਦੇ, ਤਾਂ ਦੱਸੋ ਕੀ ਉਹਦੇ ਨਾਲ ਪਿਆਰ ਹੋਇਆ। ਗੁਰੂ ਸਾਹਿਬ ਕਿਰਪਾ ਕਰਨ, ਮਹਾਰਾਜ ਤਾਂ ਬੇਅੰਤ ਹੈ, ਉਹ ਤਾਂ ਇੱਕ ਚਿੱਤ ਜੇ ਕਸ਼ਨ ਤੇ ਆਇਓ, ਕਾਲ ਫਾਸ ਕੇ ਵਿੱਚ ਨਾ ਆਇਓ, ਇੱਕ ਛਿਣ ਦੇ ਵਿੱਚ ਹੀ ਸਭ ਕੁਝ ਬਖਸ਼ਿਸ਼ ਕਰ ਦਿੰਦਾ। ਪਰ ਸਾਡਾ ਸੁਭਾਅ ਕੈਸਾ ਹੈ, ਇਹ ਸੋਚਣਾ ਪਏਗਾ। ਸੋ ਮਹਾਰਾਜ ਫਰਮਾਉਂਦੇ ਹਨ, ਧੰਨ ਸੋ ਤੇਰੇ ਭਗਤ, ਧੰਨ ਸੋ ਤੇਰਾ ਥਾਨ, ਉਹ ਤੇਰਾ ਸਾਧ ਸੰਗਤ ਬਸਤਾਨ। ਧਨਤਾ ਦੇ ਯੋਗ ਹੈ। ਕਿਉਂ ਧਨਤਾ ਦੇ ਯੋਗ ਹੈ? ਜਿੱਥੇ ਤੂੰ ਉੱਠਾ, ਜਿੱਥੇ ਤੂੰ ਵਸਦਾ ਪਿਆ ਹੈ। ਮੈਂ ਬੇਨਤੀ ਕਰ ਰਿਹਾ ਸੀ, ਜਦ ਮਹਾਂਪੁਰਖਾਂ ਨੂੰ ਉਹ ਪ੍ਰੇਮੀ ਨੇ, ਪਾਠ ਕਰਾਉਣ ਵਾਲੇ ਨੇ ਗੁੱਸੇ ਵਿੱਚ ਬਚਨ ਕੀਤਾ, ਮਹਾਂਪੁਰਖ ਕਹਿੰਦੇ ਗੁਰਮੁਖ ਪਿਆਰਿਆ, ਗੁਰਦੁਆਰਾ ਖਾਲੀ ਥੋੜੋ ਆ, ਮੇਰੇ ਗੁਰੂ ਸਾਹਿਬ ਦਸੇ ਪਾਤਸ਼ਾਹੀਆਂ ਮੇਰੇ ਕੋਲ ਨੇ, ਮੈਂ ਕਥਾ ਸੁਣਾਉਂਦਾ ਹਾਂ ਤਾਂ ਮੈਂ 10 ਪਾਤਸ਼ਾਹੀਆਂ ਨੂੰ ਸੁਣਾ ਰਿਹਾ ਗੁਰਮੁਖਾ। ਤੂੰ ਕਹਿੰਦਾ ਗੁਰਦੁਆਰਾ ਖਾਲੀ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹ ਖਾਲੀ ਥੋੜੋ ਹੈ। ਗੁਰੂ ਸਾਹਿਬ ਮੇਰੇ ਕੋਲ ਹਾਜ਼ਰ ਨਾਜ਼ਰ ਨੇ, ਮਹਾਰਾਜ ਦੀ ਹਜ਼ੂਰੀ 'ਚ ਮੈਂ ਬੋਲ ਰਿਹਾ। ਫਿਰ ਵੇਖ ਕਿੰਨਾ ਗੁਰਦੁਆਰਾ ਭਰਿਆ ਹੋਇਆ, ਕਿੰਨੀਆਂ ਸੰਗਤਾਂ ਬੈਠੀਆਂ ਹੋਈਆਂ। ਹੁਣ ਜੇ ਤੈਨੂੰ ਦਿਖਦਾ ਨਹੀਂ ਤਾਂ ਮੈਂ ਤੈਨੂੰ ਕੀ ਸਮਝਾਵਾਂ? ਕਹਿੰਦਾ ਜਾਓ, ਛੱਡ ਦਿਓ ਗੱਲਾਂ, ਐਵੇਂ ਝੂਠ ਨਹੀਂ ਬੋਲੀਦਾ। ਜਦੋਂ ਨੇ ਤਰਕ ਕੀਤੇ ਤਾਂ ਜਦੋਂ ਆਨੰਦ ਸਾਹਿਬ ਪੜ੍ਹ ਕੇ ਅਰਦਾਸ ਖੜਾ ਹੋਇਆ, ਪਿੱਛੋਂ ਉਹਨੂੰ ਲਫੜਾ ਪਿਆ, ਇਹੋ ਜਿਹਾ ਲਫੜਾ ਪਿਆ ਵੀ ਉਹਦਾ ਸਿਰ ਘੁੰਮ ਗਿਆ ਤੇ ਉਹ ਮੁੱਧੜੇ ਮੂੰਹ ਧਰਤੀ ਤੇ ਡਿੱਗਾ। ਬੜੀ ਮੁਸ਼ਕਿਲ ਆਪਣਾ ਆਪ ਸਾਂਭ ਕੇ ਤੇ ਉਹ ਜਿਉਂ ਨੱਠਿਆ, ਮੁੜ ਕੇ ਪਿੱਛਾ ਪਾਉਂਗੇ ਨਹੀਂ ਵੇਖਿਆ। 15-20 ਦਿਨ, ਮਹੀਨਾ ਘਰੋਂ ਹੀ ਨਹੀਂ ਆਇਆ। ਨਾਲ ਕੰਨ 'ਚ ਆਵਾਜ਼ ਆਈ, ਕਹਿੰਦੇ ਅੱਖਾਂ ਖੋਲ ਕੇ ਦੇਖ, ਤੂੰ ਸੰਤਾਂ ਨੂੰ ਕੀ ਕਹਿ ਰਿਹਾ? ਕਿਉਂ ਨਹੀਂ ਕੋਈ ਸੁਣਦਾ? ਵੇਖ ਅਸੀਂ ਕਿੰਨੇ ਸਿੰਘ ਬੈਠੇ ਹੋਏ ਹਾਂ, ਸੰਤ ਜੀ ਮਹਾਰਾਜ ਸਾਨੂੰ ਕਥਾ ਸੁਣਾਉਂਦੇ ਨੇ ਤੇ ਆਪਾਂ ਸੁਣਦੇ ਹਾਂ। ਪਵਿੱਤਰ ਸ਼ਹੀਦੀ ਆਤਮਾਵਾਂ ਧੂਪ ਕਿਉਂ ਦਿਖਾਈ ਦੀ ਆ? ਹਰੇਕ ਵਕਤ ਗੁਰੂ ਸਾਹਿਬ ਦੀ ਹਜ਼ੂਰੀ 'ਚ ਹਾਜ਼ਰ ਹੁੰਦੀਆਂ, ਜਿੱਥੇ ਮਹਾਰਾਜ ਦਾ ਸੁੱਖ ਆਸਣ ਹੈ, ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਜਿੱਥੇ ਗੁਰੂ ਮਹਾਰਾਜ ਦਾ ਨਿਸ਼ਾਨ ਸਾਹਿਬ ਝੁੱਲਦਾ ਹੈ। ਅਨੇਕਾਂ ਸਿੰਘਾਂ ਨੇ ਆਪਦੇ ਸਿਰ ਦਿੱਤੇ ਨੇ ਨਿਸ਼ਾਨ ਖੜਾ ਕਰਨ ਵਾਸਤੇ। ਨਿਸ਼ਾਨ ਸਾਹਿਬ ਦੇ ਕੋਲ ਵੀ ਪਹਿਰਾ ਹੁੰਦਾ ਤੇ ਮਹਾਰਾਜ ਦੇ ਪ੍ਰਕਾਸ਼ ਵਕਤ ਵੀ ਪਹਿਰਾ ਹੁੰਦਾ ਤੇ ਸੁੱਖ ਆਸਣ ਦੇ ਅਸਥਾਨ ਦੇ ਵੀ ਪਹਿਰਾ ਹੁੰਦਾ। ਜਿੱਥੇ ਸੰਗਤ ਜੁੜ ਕੇ ਰੱਬ ਦਾ ਭਜਨ ਕਰਦੀ ਹੈ ਉੱਥੇ ਵੀ ਪਹਿਰਾ ਹੁੰਦਾ। ਪਵਿੱਤਰ ਆਤਮਾਵਾਂ, ਜਿੱਥੇ ਰੱਬ ਆ ਗਿਆ, ਰੱਬ ਇਕੱਲਾ ਥੋੜ੍ਹਾ ਹੁੰਦਾ। ਤੁਸੀਂ ਦੱਸੋ, ਜੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਉਹਨਾਂ ਨਾਲ ਸੱਜੇ ਖੱਬੇ ਬਾਲਾ ਤੇ ਮਰਦਾਨਾ ਵੀ ਹੋਣਗੇ।
ਜੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਨਾਲ ਸਾਹਿਬਜ਼ਾਦੇ 5 ਪਿਆਰੇ ਵੀ ਹੋਣਗੇ, ਜੇ ਸਾਧੂ ਸੰਤ ਹੈ ਉਹਨਾਂ ਦਾ ਗੜਵਈ ਵੀ ਹੁੰਦਾ, ਤੇ ਏਡਾ ਵੱਡਾ ਰੱਬ ਜਿਹੜਾ ਦੁਨੀਆ ਨੂੰ ਚਲਾ ਰਿਹਾ ਉਹ ਇਕੱਲਾ ਥੋੜਾ ਬੈਠਾ ਹੋਊਗਾ। ਜੇ ਸੰਗਤ ਚ ਆਪਾਂ ਕਹਿੰਦੀਆਂ ਵੀ ਬੈਠਾ ਹੈ, ਉਹ ਵਿੱਚ ਸੰਗਤ ਹਰ ਪਰ ਵਸਿਆ ਜੀਓ, ਉਹਦੇ ਨਾਲ ਦੇਵੀ ਦੇਵਤੇ ਵੀ ਹੋਣਗੇ, ਉਹਦੇ ਸਿੱਖ ਸੇਵਕ, ਉਹਦੇ ਸੰਤ ਭਗਤ ਵੀ ਹੋਣਗੇ ਉਹਦੇ ਨਾਲ। ਇਉਂ ਸ਼ਹੀਦੀ ਫੌਜਾਂ ਕਲਗੀਧਰ ਮਹਾਰਾਜ ਦੇ ਕੋਲ ਹਾਜ਼ਰ ਨਾਜ਼ਰ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਹਿਗੁਰੂ ਦੀ ਨਿਰੰਕਾਰੀ ਜੋਤ ਜਿਹੜੀ ਗੁਰੂ ਨਾਨਕ ਸਾਹਿਬ ਲੈ ਕੇ ਆਏ ਸੀ, 10 ਸਰੂਪਾਂ 'ਚ ਵਰਤੀ, ਉਹ ਮਹਾਰਾਜ ਬਿਰਾਜਮਾਨ ਹੋਣ ਕਰਕੇ ਇਹ ਨਿਰੰਕਾਰੀ ਜੋਤ ਦੇ ਹਾਜ਼ਰ ਨਾਜ਼ਰ। ਸੋ ਪਵਿੱਤਰ ਆਤਮਾਵਾਂ ਦਾ ਪਹਿਰਾ ਹੁੰਦਾ। ਇਸ ਵਾਸਤੇ ਗੱਲ ਭਾਵਨਾ ਦੀ ਹੈ। ਜੇ ਕੋਈ ਭਾਵਨਾ ਕਰੇਗਾ ਉਹਦੇ ਲਈ ਸਭ ਕੁਝ ਹੈ, ਤੇ ਜੇ ਕੋਈ ਤਰਕਸ਼ੀਲ ਸੁਸਾਇਟੀ ਦਾ ਮੈਂਬਰ ਹੈ ਤਾਂ ਆਪਦੇ ਘਰ ਰਾਜੀ ਰਹੇ, ਉਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ। ਪਾਤਸ਼ਾਹ ਜੀ ਫਰਮਾਉਂਦੇ ਨੇ, ਧਨ ਸੋ ਤੇਰਾ ਥਾਨ, हे ਪਰਮੇਸ਼ਰ, ਉਹ ਤੇਰਾ ਸਾਧ ਸੰਗਤ ਰੂਪ ਸਥਾਨ ਧਨਤਾ ਦੇ ਯੋਗ ਹੈ। ਤੂੰ ਉਠਾ, ਜਿੱਥੇ ਤੂੰ ਵਸਦਾ ਪਿਆ ਹੈ। ਧਨ ਸੋ ਤੇਰੇ ਭਗਤ, ਉਹ ਤੇਰੇ ਭਗਤ ਵੀ ਧਨਤਾ ਦੇ ਯੋਗ ਹਨ। ਜਿਨੀ ਸੱਚ ਤੂੰ ਡਿਠਾ, ਅਸੀਂ ਤਾਂ ਅੰਨੇ ਹਾਂ, ਅੰਨੇ, ਸਾਨੂੰ ਕੁਝ ਨਹੀਂ ਦਿਖਦਾ, ਪਰ ਜਿਨ੍ਹਾਂ ਨੂੰ ਮਹਾਰਾਜ ਨੇ ਗਿਆਨ ਅੰਜਨ ਗੁਰ ਦੀਆ, ਗਿਆਨ ਦਾ ਸੁਰਮਾ ਪਾ ਦਿੱਤਾ ਗੁਰਾਂ ਨੇ, ਅਗਿਆਨ ਅੰਧੇਰ ਵਿਨਾਸ਼, ਉਹਨਾਂ ਦਾ ਹਨੇਰਾ ਅੰਨਾਪੁਣਾ ਦੂਰ ਚੁੱਕ ਦਿੱਤਾ। ਹਰ ਕਿਰਪਾ ਦੇ ਸੰਤ ਭੇਟੇ ਆ, ਹਰੀ ਦੀ ਕਿਰਪਾ ਨਾਲ ਭਾਗ ਹੋਆ ਗੁਰ ਸੰਤ ਮਿਲਾਇਆ, ਗੁਰੂ ਰੂਪੀ ਸੰਤ ਮਿਲ ਪਿਆ, ਨਾਨਕ ਮਨ ਪ੍ਰਗਾਸ। ਉਹਨਾਂ ਦੇ ਮਨ ਵਿੱਚ ਗਿਆਨ ਦਾ ਚਾਨਣ ਹੀ ਚਾਨਣ ਹੋ ਗਿਆ। ਜਿਵੇਂ ਇੱਕ ਵਾਰ ਬਾਬਾ ਬਿਸ਼ਨ ਸਿੰਘ ਜੀ ਦੀ ਸੇਵਾ ਵਿੱਚ ਗੜਵਾ ਲੈ ਕੇ ਬਾਬਾ ਸੁੰਦਰ ਸਿੰਘ ਜੀ ਹਾਜ਼ਰ, ਥੋੜੀ ਦੂਰ ਨਜ਼ਦੀਕ ਚੌਂਕੜਾ ਮਾਰ ਕੇ ਬੈਠੇ ਵਾਹਿਗੁਰੂ ਵਾਹਿਗੁਰੂ ਕਰ ਰਹੇ ਸਨ। ਇੰਨਾ ਚਿੱਤ ਜੁੜਿਆ ਕਿ ਸਮਾਧੀ ਲੱਗ ਗਈ, ਔਰ ਸਮਾਧੀ ਵਿੱਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਗਟ ਕਰ ਲਿਆ। ਬਾਬਾ ਬਿਸ਼ਨ ਸਿੰਘ ਜੀ ਉੱਠੇ, ਉਹਨਾਂ ਦੇਖਿਆ ਕਿ 4 ਸਵੇਰੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਸਰੂਪ ਦਰਸ਼ਨ ਹੋ ਰਹੇ ਨੇ, ਤੇ ਜਦ ਚੱਲਣ ਲੱਗੇ ਤਾਂ ਪੈਰ ਗੁਰੂ ਸਾਹਿਬ ਦੀ ਛਾਤੀ ਤੇ ਆਏ, ਸਿਰ ਹੇਠਾਂ ਕਰਕੇ ਪੈਰ ਉੱਪਰ ਨੂੰ ਕਰਕੇ ਖਲੋ ਗਏ, ਸਿਰ ਪਰ ਨੇ। ਉੱਚੀ ਆਵਾਜ਼ ਵਿੱਚ ਕਿਹਾ, ਕਹਿੰਦੇ ਬਾਬਾ ਸੁੰਦਰ ਸਿੰਘ ਜੀ, ਇਹ ਪਾਵਨ ਸਰੂਪ ਅਲੋਪ ਕਰ ਲਓ ਆਪਣੇ ਹਿਰਦੇ ਵਿੱਚ, ਕਲਯੁਗ ਦਾ ਸਮਾਂ ਹੈ, ਪ੍ਰਗਟ ਨਹੀਂ ਕਰੀਦਾ, ਹਿਰਦੇ ਚੋਂ ਦੇਖੋ। ਤੁਸੀਂ ਦੱਸੋ ਅਸੀਂ ਪੈਰ ਕਿੱਥੇ ਰੱਖਾਂਗੇ ਜੇ ਸਾਰੇ ਮਹਾਰਾਜ ਦਾ ਸਰੂਪ ਪ੍ਰਗਟ ਕਰਕੇ ਦੇਖ ਲਿਆ। ਜੈ ਜੈ ਪੇਖੋ ਤੈ ਹਜੂਰ, ਦੂਰ ਕਤੋ ਨ ਜਾਈ, ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸ਼ੇ ਜਿਸ ਨਦਰ ਕਰੇ। ਐਸੇ ਸੰਤਾਂ ਭਗਤਾਂ ਨੇ ਜਿਨ੍ਹਾਂ ਨੇ ਤੈਨੂੰ ਵੇਖਿਆ, ਤੇਰੇ ਸਤ ਸਰੂਪ ਨੂੰ ਦਰਸ਼ਨ ਕੀਤੇ ਨੇ ਉਹਦੇ, ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਉਹ ਧਨਤਾ ਦੇ ਯੋਗ ਹਨ। ਜਿਸ ਤਰ੍ਹਾਂ ਨਾਮਦੇਵ ਹਰ ਜੀਉ ਬਸੈ ਸੰਗ, ਭਗਤ ਨਾਮਦੇਵ ਨੂੰ ਭਗਤ ਮਾਲ 'ਚ ਲਿਖਿਆ ਕਿ 72 ਵਾਰ ਪ੍ਰਤੱਖ ਵਾਹਿਗੁਰੂ ਜੀ ਦੇ ਦਰਸ਼ਨ ਹੋਏ, ਪਰ ਬਾਣੀ ਮੁਤਾਬਕ ਕਹਿੰਦੇ ਮਹਾਰਾਜ ਉਹਨਾਂ ਨਾਲ ਹੀ ਵਸਦਾ ਸੀਗਾ। ਇਹੋ ਜਿਹੇ ਸੰਤਾਂ ਤੋਂ ਬਲਿਹਾਰ ਜਾਈਏ, ਉਹ ਧਨ ਹਨ। ਸੰਦੋ ਤੇਰੀ ਦਇਆ, ਇਹ ਪਰਮੇਸ਼ਰ ਜਿਸ ਉੱਪਰ ਤੇਰੀ ਮਿਹਰ ਦੀ ਦ੍ਰਿਸ਼ਟੀ ਹੋਈ ਹੈ। ਸਲਾਹੇ ਸੋਏ ਤੁਧ, ਉਹੀ ਤੈਨੂੰ ਸਲਾਉਂਦਾ ਹੈ, ਤੇਰੀ ਸਿਫਤ ਕਰਦਾ ਹੈ। ਜਿਸ ਗੁਰ ਭੇਟੇ ਨਾਨਕ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਰਾਮਕਲੀ ਦੀ ਇਹ ਦੂਸਰੀ ਵਾਰ ਦੀ 20ਵੀਂ ਪੌੜੀ ਸੰਪੂਰਨ ਕਰਦੇ ਫਰਮਾਨ ਕਰ ਰਹੇ ਨੇ ਕਿ ਜਿਸ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਨਿਰਮਲ ਸੋਈ ਸੁਧ, ਉਸ ਦਾ ਮਨ ਉਜਲ ਭਾਵ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ, ਔਰ ਉਹੀ ਤੇਰੇ ਸ਼ੁੱਧ ਸਰੂਪ ਦੀ ਪ੍ਰਾਪਤੀ ਵਾਲਾ ਹੈ, ਜਾਂ ਉਹ ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਕੇ ਤੇਰੇ ਸ਼ੁੱਧ ਸਰੂਪ ਦੀ ਪ੍ਰਾਪਤੀ ਵਾਲਾ ਹੈ। ਸ਼ਲੋਕ ਮਹੱਲਾ ਪੰਜਵਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਸ਼ਲੋਕ ਉਚਾਰਨ ਕਰਕੇ ਭਗਤ ਫਰੀਦ ਸਾਹਿਬ ਨੂੰ ਸਿਰੋਂ ਪਾਉ ਦਿੱਤਾ ਹੈ। ਸਿਰੋਂ ਪਾਉ ਪਹਿਲਾਂ ਵੀ ਬੇਨਤੀ ਕਰੀਦੀ ਹੈ, ਜਿਸ ਨੂੰ ਦੇਣਾ ਕਰੀਦਾ ਹੈ ਉਸੇ ਦਾ ਹੀ ਹੋ ਜਾਂਦਾ ਹੈ।
इस लिए गुरबाणी दा श्री गुरु अर्जन देव जी दी है, पर फरीद दे नाम दे उचारी होने करके फरीद दी बाणी समझो। प्यार नाल सुनो। फरीदा भूम रंगावली। फरीद जी कहंदे कि तू ऐसा जानना कर कि भारत खंड की जिहड़ी भूमि धरती है ये बड़ी आनंददायक है। वेखो कितना सुहावना मौसम है, मौली धरती, मौली आकाश, घट मौली आत्म प्रकाश, ते घन हर बरस सगल जग छाया, बारिश पैण दो सब जिया जंद सुखी ने। इहो जिहा मौसम पूरी दुनिया घूम लो, वर्ल्ड दे विच जिथे मर्जी चले जाओ, कनेडा, अमरीका, इंग्लैंड ते हांगकांग आदि मैं सारिया जगह ते देखे है। जिस तरह का मौसम पंजाब का है, पौन पानी नैचुरली वाहिगुरू वालों, डुप्लीकेट तो जिन तरह का मर्जी बना लो। उत्थे तो लोग खेती भी डुप्लीकेट मौसम नाल करते, उपर छत पा के जिस तरह की खेती करनी है उस तरह का टैंपरेचर दे के ते फल प्राप्त करते, पर उन्हां च रस नहीं हुंदा। जिहड़ी नैचुरली चीज़ है कुदरत भगवान वालों वो सब आनंद वाली है। इसलिए जिहड़ी पंजाब की धरती है, भारत खंड की भूमि विचों भी जिहड़ा पंजाब है, सब वर्ल्ड दे विचों भारत खंड ते भारत विचों पंजाब, इहदी धरती बड़ी आनंददायक है जिथे बाबे नानक ने खेती की। कोई इहो जी धरती नहीं जिथे गुरु नानक साहब ने हल वाया होवे। ये पंजाब की धरती ते आ लागे डेरे बाबे नानक दे नाल ही रावी दरिया ते बिल्कुल नज़दीक वो सारी जमीन गुरु साहब दे खेती वाली है। महाराज हल वाउंदे रहे और उस जमीन दे विचों अनाज पैदा करके कदी मंडी च नहीं वेचिया, असीं गराई करके भी मंडी च लै जांदे आ। कोई भी गुरु घर की वस्तु साध संगत वालों भेटा हुई है वो सब संगत दे विच ही वरतन का हुक्म है। महाराज लंगर चलाउंदे रहे। कोई इहो जी धरती नहीं जिथे गुरु नानक साहब ने हट साहब की कार की होए। सुल्तानपुर लोधी गुरुद्वारा हट साहब वाले अस्थान दे महाराज ने हट्टी चलाई है और 13 तोलिया ते व्यापारियों को शिक्षा दी है कि गुरमुखो धर्म की किरत करो, जे रब ने तुहानू तकड़ी ते बिठाया ते पूरा तोलो ते सच बोलो। लोग मान लो आ मैडिकल स्टोर वाले ने कितना रौला पिया, कितना वेखो भंडी प्रचार होया। गोली 1 रुपये की है ते उन्हों 100 रुपये की बेचना, टीका 10 रुपये का वह मुल वट लेना 1000 रुपया। तो इस वास्ते किन्नी वेखो ओले वाली गल है। तो जे कोई प्रगट करता है कहते भी इनू तो डिसमिस करो, किते भी है। इस तरह की बेईमानी नहीं होनी चाहिए। व्यापारी का काम है कि सस्ती चीज़ लैके उन्होंने महंगे भाव बेचना, पर इन्ना भी महंगा ना बेचो कि अगले के कपड़े ही लवा दो, वो जेब ही खाली कर दो। बेचारा शहर आया उन्होंने पिंड जाण जोगे किराया ही ना हो, पैसे ही ना हो। तो इस वास्ते जिन्ना क सरदा है उन्ना क आपदा प्रॉफिट रखो ते बाकी धर्म के नाम की किरत करो। महाराज कहते ने भी श्री गुरु नानक देव जी के चरण पैण तो, 10 पातशाहियां दे चरण पैण तो, जिन्ने संत भगत पीर पैगंबर औली अवतार इस धरती ते होए ने। तो इस वास्ते ये जिहड़ी भारत खंड की धरती है बड़ी ही आनंददायक है। कुदरती मौसम भी सर्दी गर्मी वाला ते ये भी सुहावना है। पंज वेसुला बाग। पर इहदे विच कुछ संगी जीवां ने चोरी करके, यारी करके, धीआं भैणां दी इज्जत नाल खिलवाड़ करके ते मंद कर्मां करके जहर वाला बगीचा लगा रखिया है। रहना औखा होया पिया है। या भी विशेष करके सूलों वाला दुखदायक या ईरखा रूपी सूलों वाला बाग लगा रखिया है। वही साडे पंजाबी लोग ने जिहड़े बाहरले देशों च जाके ते कानून की पालना करते हैं। जे सारे इत्थे आपदे देश च ही कानून पालन लग पैण कितना चंगा माहौल बन जाए। धरती तो सुहावनी है पर साडे वर्गे जिहड़े रहन वाले ने उन्होंने गंदगी खिलारी हुई है, सफाई नहीं रखते।
ਨਿਯਮ ਦੇ ਵਿੱਚ, ਕਾਨੂੰਨ ਦੇ ਵਿੱਚ ਨਹੀਂ ਚੱਲਦੇ ਹਨ। ਜੋ ਨਾਰ ਪੀਰ ਨਿਵਾਜਿਆ, ਜਿਹੜੇ ਪੁਰਖ ਗੁਰੂਆਂ ਪੀਰਾਂ ਨੇ ਨਾਮਦਾਨ ਦੇ ਕੇ ਵਡਿਆਉਣਾ ਕੀਤੇ ਹਨ, ਤਿਨਾ ਅੰਚ ਨਾ ਲਾਗ, ਤਿਨਾਂ ਨੂੰ ਕੁਸੰਗਤ ਦਾ ਸੇਕ ਨਹੀਂ ਲੱਗ ਸਕਦਾ ਹੈ। ਮਤਲਬ ਗੁਰੂ ਘਰ ਦੇ ਵਿੱਚ ਕਲਯੁਗ ਤੋਂ ਬਚਾ ਹੁੰਦਾ। ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਦੇ ਨਾਲ ਧੰਨ ਧੰਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ। ਜੇ ਸਤਿਗੁਰੂ ਦੀ ਆਗਿਆ ਦੇ ਵਿੱਚ ਚੱਲੇ ਤਾਂ ਕਲਯੁਗ ਵੀ ਧੰਨ ਹੈ। ਇਸੇ ਪ੍ਰਕਾਰ ਫਰੀਦਾ ਭੂਮ ਰੰਗਾਵਲੀ, ਫਰੀਦ ਸਾਹਿਬ ਜੀ ਕਥਨ ਕਰਦੇ ਨੇ ਕਿ ਇਹ ਜੋ ਸ਼ੁੱਧ ਰੂਪ ਧਰਤੀ, ਸ਼ੁੱਧ ਕੀ ਬੁੱਧੀ, ਸ਼ੁੱਧ ਬੁੱਧੀ ਰੂਪ ਜਿਹੜੀ ਧਰਤੀ ਹੈ ਇਹ ਆਨੰਦਦਾਇਕ ਹੈ। ਮੰਝ ਵਿਸੂਲਾ ਬਾਗ, ਪਰ ਇਹਦੇ ਵਿੱਚ ਜੀਵਾਂ ਨੇ ਬੁੱਧੀ ਰੂਪ ਧਰਤੀ ਦੇ ਵਿੱਚ ਵਿਸ਼ੇ ਵਿਕਾਰਾਂ ਦਾ ਜ਼ਹਿਰੀਲਾ ਬਾਗ ਲਗਾ ਰੱਖਿਆ ਹੈ, ਜਾਂ ਵਿਸ਼ੇਸ਼ ਕਰਕੇ ਕਾਮ ਆਦਿਕ ਰੂਪੀ ਸੂਲਾਂ ਦਾ ਬਾਗ ਲਗਾ ਰੱਖਿਆ ਹੈ। ਬੁੱਧੀ ਨੂੰ, ਚੰਗੀ ਭਲੀ ਨੂੰ ਔਗਣਾ ਵਿਕਾਰਾਂ ਨਾਲ ਵਿਗਾੜਿਆ ਹੋਇਆ ਹੈ। ਜੋ ਨਾਰ ਪੀਰ ਨਿਵਾਜਿਆ, ਪਰੰਤੂ ਜਿਹੜੇ ਪੁਰਖ ਗੁਰੂਆਂ ਪੀਰਾਂ ਨੇ ਨਾਮਦਾਨ ਦੇ ਕੇ ਵਡਿਆਉਣਾ ਕੀਤੇ ਹਨ, ਨਾ ਅੰਚ ਨਾ ਲਾਗ, ਉਹਨਾਂ ਨੂੰ ਈਰਖਾ ਰੂਪੀ, ਕਾਲ ਰੂਪੀ ਵਿਗਾਰਾਂ ਨੂੰ ਭੋਗਣ ਦੀ ਇੱਛਾ ਰੂਪ ਸੇਕ ਨਹੀਂ ਲੱਗਦਾ ਹੈ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ, ਫਰੀਦਾ ਉਮਰ ਸੁਹਾਵੜੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਫਰੀਦ ਤੂੰ ਇਸ ਤਰ੍ਹਾਂ ਜਾਣ, ਜਾਂ ਭਗਤ ਫਰੀਦ ਜੀ ਕਥਨ ਕਰਦੇ ਨੇ ਕਿ ਤੂੰ ਇਸ ਤਰ੍ਹਾਂ ਸਮਝ ਗੁਰਮੁਖਾ ਹੈ, ਜਿਹੜੀ ਉਮਰ ਆਜੂ ਦੀ ਚੜ੍ਹਦੀ ਜਵਾਨੀ ਵਾਲੀ ਸੁਹਾਵੜੀ ਅਵਸਥਾ ਸੀਗੀ ਉਹ ਬੜੀ ਸ਼ੋਭਨੀਕ ਹੁੰਦੀ ਸੀਗੀ। ਹੁਣ ਤਾਂ ਤਾਤੀ ਮਰ ਗਏ ਨੇ, ਪਹਿਲਾਂ ਬੜਾ ਸ਼ੌਂਕ ਹੁੰਦਾ ਸੀਗਾ। ਇਸ ਲਈ ਜਿਹੜੇ ਜਵਾਨ ਪੁਰਖ ਨੇ ਉਹ ਧਿਆਨ ਨਾਲ ਸੁਣਨ ਵੀ ਤੁਸੀਂ ਜਵਾਨ ਹੋ, ਜਵਾਨੀ ਵਾਲੀ ਉਮਰ ਬੜੀ ਸ਼ੋਭਨੀਕ ਹੁੰਦੀ ਹੈ। ਸੰਗ ਸੁਵੰਨੜੀ ਦੇ, ਇੱਕ ਤਾਂ ਸਾਡੀ ਉਮਰ ਜਵਾਨੀ ਵਾਲੀ ਆ, ਦੂਸਰਾ ਸੋਨੇ ਰੰਗੀ, ਸੋਹਣੇ ਰੰਗ ਵਾਲੀ ਕਾਇਆ ਹੋਵੇ। ਵਿਰਲੇ ਕਈ ਪਾਈਆਂ ਨਾ, ਸੋ ਇਹ ਜਿਹੜੇ ਦਾਤਾ ਨੇ, ਰੱਬ ਦੀਆਂ ਦਾਤਾ ਨੇ, ਕੋਈ ਵਿਰਲਾ ਮਹਾਂਪੁਰਖ ਸੁੰਦਰ ਸਰੂਪ, ਸੁਭ ਕੁਲ ਜਨਮ ਤੇ ਸਰੂਪ ਤਨ, ਭੂਪ ਭੋਗਿਆ ਪਤ, ਤੇ ਜਿਹੜਾ ਸੁੰਦਰ ਸਰੂਪ ਵਾਲਾ ਹੈ, ਸੁਭ ਕੁਲ ਦੇ ਵਿੱਚ ਜਨਮ ਹੋਇਆ ਹੈ, ਰਾਜਿਆਂ ਵਰਗੇ ਉਹਨੂੰ ਭੋਗ ਪਦਾਰਥ ਪ੍ਰਾਪਤ ਨੇ। ਤੇ ਹੋਰ ਉਹ ਸਾਰ ਕਿਤਾਬਲੀ ਦੇ ਕਰਤਾ ਕਵੀ ਹਰਦਿਆਲ ਨੇ ਗੁਣ ਲਿਖੇ ਨੇ, ਕਹਿੰਦੇ ਧਰਮ ਫਲ ਇਹ ਸੱਤ, ਇਹ ਸੱਤ ਧਰਮ ਦੇ ਫਲ ਸਮਝੋ ਵੀ ਉਹਨੇ ਪਿਛਲੇ ਜਨਮ 'ਚ ਧਰਮ ਕਮਾਇਆ। ਪੁੰਨੀ ਬੰਦੇ ਨੂੰ ਚੀਜ਼ਾਂ ਮਿਲਦੀਆਂ ਨੇ, ਇਸ ਲਈ ਭਾਗ ਸਮਝੋ ਆਪ ਦੇ ਵੱਡੇ। ਜਿਨਾ ਪਿਆਰੇ ਨੇ ਜਵਾਨੀ ਦੀ ਉਮਰ ਪਾ ਕੇ, ਸੋਹਣਾ ਸੁੰਦਰ ਸਰੂਪ ਪਾ ਕੇ ਤੇ ਤੰਦਰੁਸਤੀ ਪਾ ਕੇ, ਫਿਰ ਜਿਨ੍ਹਾਂ ਦਾ ਪਿਆਰੇ ਗੁਰਾਂ ਨਾਲ, ਪਰਮੇਸ਼ਰ ਨਾਲ ਪ੍ਰੇਮ ਹੋਵੇ, ਫਿਰ ਵੀ ਉਹ ਨਿਤਨੇਮ ਕਰਦੇ ਹੋਣ ਤੇ ਗੁਰਦੁਆਰੇ ਆਉਂਦੇ ਹੋਣ, ਸੰਗਤ ਕਰਦੇ ਹੋਣ, ਇਹ ਤਿੰਨੇ ਗੱਲਾਂ ਕੋਈ ਵਿਰਲੇ ਟਾਵੇਂ ਪੁਰਖ ਹੀ ਪਾਉਂਦੇ ਨੇ, ਨਹੀਂ ਤਾਂ ਇਨਸਾਨ ਤਨ ਜੋਬਨ ਤੋਂ ਹੀ ਵੈਰੀ ਹੋਏ। ਪੈਸੇ ਦੀ ਮਸਤੀ ਵਿੱਚ ਤੇ ਜਵਾਨੀ ਦੀ ਮਸਤੀ ਵਿੱਚ ਕਮਲਾ ਹੋ ਕੇ ਪਾਪ ਕਰਮ ਕਰਨ ਜਾਂਦਾ ਹੈ, ਜਿਸ ਕਰਕੇ ਇਹ ਹੀ ਚੀਜ਼ਾਂ ਉਹਦੇ ਵੈਰੀ ਬਣ ਜਾਂਦੀਆਂ। ਜਿਨੀ ਰੱਖੇ ਰੰਗ ਲਾਏ, ਜਿਨ੍ਹਾਂ ਨਾਲ ਅਸੀਂ ਆਨੰਦ ਲਾ ਕੇ ਰੱਖਿਆ ਹੋਇਆ ਹੈ, ਤਾਂ ਇਸ ਵਾਸਤੇ ਇਹੀ ਨੁਕਸਾਨ ਵਾਲੀਆਂ ਬਣ ਜਾਂਦੀਆਂ। ਇਹ ਸਭ ਕੁਝ ਪਾ ਕੇ ਵੀ ਜੇ ਕੋਈ ਗੁਰੂ ਘਰ ਨੂੰ ਮੰਨਦਾ, ਅੰਮ੍ਰਿਤਧਾਰੀ ਹੈ ਤੇ ਨਿਤਨੇਮੀ ਹੈ, ਸਮਝ ਲਓ ਉਹਦੇ ਭਾਗ ਵੱਡੇ ਹਨ। ਇਸੇ ਪ੍ਰਕਾਰ ਫਰੀਦਾ ਉਮਰ ਸੁਹਾਵੜੀ। ਭਗਤ ਫਰੀਦ ਸਾਹਿਬ ਜੀ ਕਹਿੰਦੇ ਹੈ ਭਾਈ, ਉਹਨਾਂ ਦੀ ਅਵਸਥਾ ਰੂਪੀ ਉਮਰ ਸ਼ੋਭਨੀਕ ਹੈ। ਸੰਗ ਸੁਵੰਨੜੀ ਦੇ, ਜਿਨ੍ਹਾਂ ਦੀ ਬੁੱਧੀ ਰੂਪ ਦੇ ਸ਼ੁਭ ਗੁਣਾ ਰੂਪ ਸੋਹਣੇ ਰੰਗ ਵਾਲੀ ਹੈ। ਇਨਸਾਨ ਸ਼ਕਲ ਤੋਂ ਨਹੀਂ, ਅਕਲ ਤੋਂ ਪਹਿਚਾਣਿਆ ਜਾਂਦਾ ਹੈ।
ਇਸ ਲਈ ਸੁੰਦਰ ਸਰੂਪ ਨਾਲ ਕੋਈ ਸੁੰਦਰ ਨਹੀਂ ਬਣਦਾ, ਗੁਣਾਂ ਨਾਲ ਸੁੰਦਰ ਬਣਦਾ ਹੈ। ਗੁਣ ਕਿਹੜਾ ਹੈ ਸਭ ਤੋਂ ਉੱਤਮ? ਕਿ ਗੁਰੂ ਘਰ ਚੌਂਕੜਾ ਮਾਰ ਕੇ ਹਾਜ਼ਰੀ ਲਵਾਉਣੀ, ਉਸ ਤੋਂ ਬਾਅਦ ਹੀ ਗੁਣ ਪ੍ਰਾਪਤ ਹੁੰਦੇ ਨੇ। ਸੇਈ ਸੁੰਦਰ ਸੋਹਣ, ਸਾਧ ਸੰਗ ਜਿਨ ਬਹਿਣ, ਹਰ ਧਨ ਜਿਨੀ ਸੰਜਿਆ, ਸੇਈ ਗੰਭੀਰ ਅਪਾਰ ਜੀਓ। ਹਰ ਅਮਿਓ ਰਸਾਇਣ ਪੀਵੀ ਹੈ, ਮੋਇ ਡਿਠੇ ਜਨ ਕੈ ਜੀਵੀ ਹੈ। ਤੋ ਇਸ ਤਰ੍ਹਾਂ ਸਾਹਿਬਾਂ ਦੇ ਬਚਨ ਹਨ ਕਿ ਉਹਨਾਂ ਦੀ ਬੁੱਧੀ ਰੂਪ ਦੇ ਸ਼ੁਭ ਗੁਣਾ ਕਰਕੇ ਸੋਹਣੇ ਰੰਗ ਵਾਲੀ ਹੈ। ਬਿਰਲੇ ਕਈ ਪਾਈਆ ਪਰ ਉਹ ਕੋਈ ਵਿਰਲਾ ਪੁਰਖ ਹੀ ਪਾਉਂਦਾ ਹੈ। ਜਿਨ੍ਹਾਂ ਪਿਆਰੇ ਨੇ, ਜਿਨ੍ਹਾਂ ਦਾ ਪਿਆਰੇ ਗੁਰਾਂ ਨਾਲ ਪਰਮੇਸ਼ਰ ਨਾਲ ਪ੍ਰੇਮ ਲੱਗਿਆ ਹੋਇਆ ਹੈ। ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਪੌੜੀ ਕੋਟਣ ਮੈਂ ਨਾਨਕ ਕੋ ਨਾਰਾਇਣ ਜੇ ਚੇਤ। ਅਰਬਾਂ ਕਰੋੜਾਂ ਦੁਨੀਆ ਹੈ, ਪਰ ਉਹਨਾਂ ਦੇ ਵਿੱਚੋਂ ਕੋਈ ਵਿਰਲਾ ਮਹਾਂਪੁਰਖ ਹੈ ਜਿਹਦੇ ਚਿੱਤ ਚੇਤੇ ਵਾਹਿਗੁਰੂ ਜੀ ਦਾ ਨਾਮ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪੌੜੀ ਉਚਾਰ ਰਹੇ ਨੇ। ਜਪ ਤਪ ਸੰਜਮ ਦਇਆ ਧਰਮ। ਬਾਣੀ ਕਰਕੇ ਜਾਪ ਕਰਨਾ, ਸਰੀਰ ਦੁਆਰਾ ਸੇਵਾ ਰੂਪੀ ਤਪ ਕਰਨਾ, ਸਮਦਮ ਸਾਧਨਾ ਦੁਆਰਾ ਇੰਦਰੀਆਂ ਦਾ ਦਮਨ ਕਰਨਾ, ਕਿਸੇ ਦੁਖੀ ਤੇ ਦਇਆ ਕਰਨੀ, ਤਰਸ ਕਰਨਾ, ਤੇ ਸਵੈ ਧਰਮ ਦੇ ਵਿੱਚ ਪਰਪੱਕ ਰਹਿਣਾ ਇਤਿਆਦਿਕ। ਜਿਸ ਦੇਹ ਸੋ ਪਾਏ। ਜ਼ੋਰ ਜਬਰੀ ਜ਼ਬਰਦਸਤੀ ਕਿਸੇ ਨੂੰ ਘੋਲ ਕੇ ਕੋਈ ਅੰਮ੍ਰਿਤ ਨਹੀਂ ਪਿਆ ਸਕਦਾ। ਇਹ ਤਾਂ ਆਪ ਦਾ ਮਨ ਮੰਨੇ, ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਹੀ ਬਖਸ਼ਿਸ਼ਾਂ ਮਿਲਦੀਆਂ ਨੇ। ਇਹ ਸਭ ਕੁਝ ਜਿਸ ਨੂੰ ਪਰਮੇਸ਼ਰ ਦਿੰਦਾ ਉਹੀ ਪਾਉਂਦਾ ਹੈ। ਦਾਤ ਹੈ, ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਪ ਸੇਈ। ਜਿਸ ਬੁਝਾਏ ਅਗਨ ਆਪ। ਜਿਸ ਦੇ ਪਰਮੇਸ਼ਰ ਆਪ ਅੰਦਰੋਂ ਈਰਖਾ ਵਿਸ਼ੇ ਵਿਕਾਰ ਤ੍ਰਿਸ਼ਨਾ ਰੂਪੀ ਅੱਗ ਬੁਝਾ ਦਿੰਦਾ ਹੈ। ਓ ਨਾਮ ਧਿਆਏ। ਉਹੀ ਪਰਮੇਸ਼ਰ ਦੇ ਨਾਮ ਨੂੰ ਗੁਰੂ ਉਪਦੇਸ਼ ਦੁਆਰਾ ਧਿਆਉਂਦਾ ਹੈ। ਅੰਤਰਜਾਮੀ ਆਗਮ ਪੁਰਖ। ਘਾਟ ਘਾਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਜੋ ਘਟ ਘਟ ਦੇ ਅੰਦਰ ਦੀ ਜਾਣਨ ਵਾਲਾ, ਵੇਦਾਂ ਸ਼ਾਸਤਰਾਂ ਕਰਕੇ ਅਗਮ ਤੇ ਪਰਿਪੂਰਨ ਪੂੰ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ। ਇੱਕ ਦ੍ਰਿਸ਼ਟ ਦਿਖਾਏ। ਉਹ ਦਇਆ ਦ੍ਰਿਸ਼ਟੀ ਕਰਕੇ ਜਿਸ ਨੂੰ ਏਕਤਾ ਵਾਲੀ ਦ੍ਰਿਸ਼ਟੀ ਦਿਖਾ ਦਿੰਦਾ, ਭਾਵ ਸਾਰਿਆਂ 'ਚ ਆਪਣੀ ਜੋਤ ਦੇ ਦਰਸ਼ਨ ਕਰਵਾ ਦਿੰਦਾ ਹੈ। ਸਤ ਸੰਗਤ ਕੈ ਆਸਰੈ, ਸਾਧ ਸੰਗਤ ਕੈ ਆਸਰੈ। ਉਹ ਪੁਰਖ ਸ੍ਰੇਸ਼ਟ ਜਨਾਂ ਦੀ ਸੰਗਤ ਦੇ ਸਹਾਰੇ ਹੋ ਕਰਕੇ, ਇੱਕ ਹੁੰਦੀ ਹੈ ਸੰਗਤ ਜਿਹੜੀ ਨਾਰਮਲ ਹੋਵੇ, ਨਾ ਚੰਗੀ ਨਾ ਮਾੜੀ। ਇੱਕ ਹੁੰਦੀ ਹੈ ਕੁਸੰਗਤ, ਮਾੜੀ ਸੰਗਤ। ਇੱਕ ਹੁੰਦੀ ਹੈ ਸਤ ਸੰਗਤ, ਜਿਹਦੇ 'ਚ ਸਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਤੇ ਇੱਕ ਹੁੰਦੀ ਹੈ ਸਾਧ ਸੰਗਤ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਭਾਵੇਂ ਨਾ ਹੀ ਹੋਵੇ। ਜਿਸ ਤਰ੍ਹਾਂ ਸੁਹਾਣੇ ਵਾਲੀਆਂ ਮਾਈਆਂ ਸੰਗਤਾਂ ਦੇ ਘਰਾਂ ਜਾ ਕੇ ਸੁਖਮਨੀ ਸਾਹਿਬ ਪੜ੍ਹਦੀਆਂ ਨੇ ਗੁਟਕੇ ਸਾਹਿਬਾਂ ਤੋਂ, ਉੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਕਰਦੀਆਂ, ਕਿਉਂਕਿ ਕਈਆਂ ਦੀ ਮਜਬੂਰੀ ਹੁੰਦੀ ਹੈ ਤੇ ਉਹ ਵਿਚਾਰੇ ਕਰਵਾ ਨਹੀਂ ਸਕਦੇ, ਜਾਂ ਵੈਸੇ ਹੀ ਸਮਾਗਮ ਹੀ ਉਹਨਾਂ ਕੁ ਹੁੰਦਾ ਸੀਮਤ ਜਿਹਾ। ਤੋ ਉਹ ਜੇ ਮਹਾਰਾਜ ਦੇ ਚਰਨੀ ਪੈਣਗੇ ਤਾਂ ਫਿਰ ਬਾਣੀ ਦਾ ਪਾਠ ਕਿਵੇਂ ਹੋਊਗਾ? ਤੋ ਮਾਈਆਂ ਬੀਬੀਆਂ ਦੇ ਪਰਉਪਕਾਰ ਹੈ ਕਿ ਉਹ ਬਿਨਾਂ ਪੈਸੇ ਤੋਂ ਨਿਸ਼ਕਾਮਤਾ ਨਾਲ ਘਰੋਂ ਘਰ ਜਾ ਕੇ ਸੁਖਮਨੀ ਸਾਹਿਬ ਪੜ੍ਹਦੀਆਂ ਨੇ, ਜਿੱਥੇ ਕੋਈ ਯਾਦ ਕਰੇ। ਉਹ ਹੁੰਦੀ ਹੈ ਸਾਧ ਸੰਗਤ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਭਾਵੇਂ ਨਾ ਹੋਵੇ ਪਰ ਬਾਣੀ ਦਾ ਪ੍ਰਵਾਹ ਜ਼ਰੂਰ ਚੱਲਦਾ ਹੋਵੇ। ਇੱਕ ਸਿੱਖ ਦੋਏ ਸਾਧ ਸੰਗ, ਇਕੱਲਾ ਤਾਂ ਸਿੱਖ ਹੈ ਸਿੰਘ, ਜਾਂ ਦੋ ਮਿਲ ਗਏ ਉਹ ਸਾਧ ਸੰਗਤ ਬਣ ਗਈ। ਤੇ ਜਿੱਥੇ ਪੰਜ ਆ ਗਏ, ਪੰਜੀ ਪਰਮੇਸ਼ਰ ਤੇ ਪਰਮੇਸ਼ਰ ਆ ਗਿਆ। ਤੋ ਸ੍ਰੇਸ਼ਟ ਜਨਾਂ ਦੀ ਸੰਗਤ ਦੇ ਸਹਾਰੇ ਹੋ ਕੇ ਰੱਬ ਸਿਉ ਰੰਗ ਲਾਏ। ਉਸ ਪਰਮੇਸ਼ਰ ਨਾਲ ਪ੍ਰੇਮ ਲਾਉਂਦਾ ਹੈ, ਸੋ ਉਹ ਪੁਰਸ਼ ਭਲਾ ਹੈ। ਵਾਹਿਗੁਰੂ
ਜੇ ਤੇ ਆਪ ਕਿਰਪਾ ਕਰਦਾ ਉਹਦਾ ਸੰਗਤ ਵਿੱਚ ਪ੍ਰੇਮ ਲਾਉਂਦਾ ਹੈ। ਔਗਣ ਘਟ ਮੁਖ ਉਜਲਾ, ਜਿਹਦੇ ਤੇ ਵਾਹਿਗੁਰੂ ਕਿਰਪਾ ਕਰਦਾ ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੈ ਸਹੀ। ਉਹਨਾਂ ਨੂੰ ਨਾਮ ਦਾਨ ਬਖਸ਼ ਕੇ ਉਹਨਾਂ ਦੇ ਸਾਰੇ ਕਾਮ ਆਦਿਕ ਔਗਣ ਦੋਸ਼ ਕੱਟ ਦਿੰਦਾ, ਮੇਟ ਦਿੱਤੇ ਨੇ ਤੇ ਮੁੱਖ ਉਜਲਾ। ਆਪਾਂ ਪਾਊਡਰ ਕਰੀਮਾਂ ਲਾ ਕੇ ਸੋਹਣਾ ਬੜਾ ਸਵਾਰ ਕੇ ਉਜਲ ਬਣਦੇ ਆ, ਪਰ ਉਜਲ ਮੁੱਖ ਦੀ ਨਿਸ਼ਾਨੀ ਹੈ ਕਿ ਬਾਣੀ ਦਾ ਨਿਤਨੇਮ ਹੋਵੇ ਤੇ ਔਗਣਾ ਵਿਕਾਰਾਂ ਤੋਂ ਰਹਿਤ ਹੋਵੇ। ਲੋਕ ਪਰਲੋਕ ਦੇ ਵਿੱਚ ਉਹਨਾਂ ਦਾ ਉਜਲਾ ਮੁੱਖ ਪਵਿੱਤਰ ਹੋਇਆ ਹੈ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਨਾਮ ਦਾ ਖਜ਼ਾਨਾ ਹੈ ਤਾਂ ਸਾਰਿਆਂ ਦੇ ਅੰਦਰ, ਪਰ ਜਿਹੜੇ ਜਾਪ ਜਪਦੇ ਨੇ ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਹਿਰਦੇ ਰੂਪੀ ਘਰ 'ਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਇਕਾਗਰਤਾ ਨਾਲ। ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ, ਮੁਖੋਂ ਕਥਾ ਕਰਦੇ, ਕੀਰਤਨ ਕਰਦੇ, ਬਾਣੀ ਦਾ ਪਾਠ ਪੜ੍ਹਦੇ, ਨਿਤਨੇਮ ਕਰਦੇ, ਸੰਗਤ ਕਰਦੇ ਨੇ, ਆਪਣੇ ਆਪ ਨੂੰ ਦਾਸ ਕਹਿੰਦੇ ਨੇ, ਨਿਮਰਤਾ ਜਣਾਉਂਦੇ। ਗੁਰਬਾਣੀ ਵਿਚਾਰ ਤਿਨਕੇ ਮੁਖ ਸਦ ਉਜਲੇ, ਤਿਤ ਸੱਚਾ ਦਰਬਾਰ। ਉਹਨਾਂ ਦੇ ਮੁਖ ਬਾਣੀ ਪੜ੍ਹਨ ਵਾਲਿਆਂ ਦੇ, ਰਹਿਤ ਮਰਿਆਦਾ 'ਚ ਰਹਿਣ ਵਾਲਿਆਂ ਦੇ, ਨਾਮ ਜਪਣ ਵਾਲਿਆਂ ਦੇ, ਤੇ ਇਸ ਵਾਹਿਗੁਰੂ ਦੇ ਸੱਚੇ ਦਰਬਾਰ ਧਰਮ ਰਾਜੇ ਦੀ ਕਚਹਿਰੀ ਵਿੱਚ ਉਜਲਾ ਮੁਖ ਹੁੰਦਾ ਹੈ। ਹੇਠਾਂ ਨਿਉਣੀ ਨਹੀਂ ਪਾਉਣੀ ਪੈਂਦੀ ਉਹਨਾਂ ਨੂੰ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਔਰੰਗਜ਼ੇਬ ਨੂੰ ਆਖਿਆ ਸੀ ਕਿ ਔਰੰਗਜ਼ੇਬ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਣ ਕਹਿ ਅਵਤ ਲਾਜਾ। ਤੂੰ ਮੈਨੂੰ ਕਹਿਣਾ ਕਰਾਮਾਤ ਦਿਖਾ। ਜਿਹੜੇ ਪ੍ਰਭੂ ਦੇ ਲੋਕ ਸੰਤ ਨੇ ਇਹਨੂੰ ਨਾਟਕ ਸਮਝਦੇ ਨੇ, ਜਿਸ ਤਰ੍ਹਾਂ ਜਾਦੂ ਦਾ ਤਮਾਸ਼ਾ ਹੁੰਦਾ। ਤਮਾਸ਼ਾ ਦਿਖਾਉਣ ਵਾਲਿਆਂ ਨੂੰ ਤੇ ਰੱਬ ਦੀ ਦਰਗਾਹ ਦੇ ਵਿੱਚ ਲੱਚਿਆ ਬਾਣ ਹੋਣਾ ਪੈਂਦਾ ਹੈ। ਹੇਠਾਂ ਅੱਖਾਂ ਨਿਉਣੀਆਂ ਕਰਨੀਆਂ ਪੈਂਦੀਆਂ ਨੇ। ਅਸੀਂ ਉਜਲੇ ਮੁਖ ਜਾਣਾ ਚਾਹੁੰਦੇ ਹਾਂ, ਸਾਹਮਣੇ ਮੱਥੇ ਮਹਾਰਾਜ ਦੇ ਦਰਸ਼ਨ ਕਰੀਏ। ਇਸ ਲਈ ਕਰਾਮਾਤ ਨਾਮ ਹੈ ਕਹਿਰ ਦਾ। ਜਦ ਕਰਾਮਾਤ ਵਰਤਦੀ ਹੈ, ਕਿਸੇ ਨਾ ਕਿਸੇ ਦੇ ਕਹਿਰ ਟੁੱਟਦਾ, ਜਿਵੇਂ ਬਿਜਲੀ ਡਿੱਗੀ ਤੇ ਵਾਰੇ ਵਾਰੇ ਜਾਈਏ ਨਿਸ਼ਾਨ ਸਾਹਿਬ ਦੇ, ਐਵੇਂ ਭਾਈ ਮਾੜਾ ਕਹੀਏ ਨਿਸ਼ਾਨ ਸਾਹਿਬ ਨੂੰ। ਜੇ ਕਿਸੇ ਹੋਰ ਤੇ ਡਿੱਗਦੀ ਤੇ ਉਹਨੇ ਬਿਲਡਿੰਗ ਹੀ ਤਬਾਹ ਕਰ ਦੇਣੀ ਜਾਂ ਬੰਦਾ ਮਾਰ ਘੱਤਣਾ ਸੀ। ਨਿਸ਼ਾਨ ਸਾਹਿਬ ਨੇ ਆਪ ਦੇ ਸਿਰ ਉੱਪਰ ਸਾਰੀ ਉਹ ਸਾਰੀ ਅਰਥ ਕਰਕੇ ਕਰੰਟ ਆ ਗਿਆ ਸਾਰੇ 'ਚ। ਅੱਜ ਤਾਂ ਕੱਲ ਪਰਸੋਂ ਦੀ ਗੱਲ ਹੈ। ਤੋ ਇਸ ਲਈ ਜਿਹੜੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਗੁਰਸਿੱਖ ਨੂੰ ਉਜਲ ਕਰਦੇ ਨੇ, ਔਗਣਾਂ ਨੂੰ ਕੱਟ ਕੇ ਤੇ ਮੁਖ ਉਜਲਾ ਕਰਕੇ। ਉਜਲੇ ਮੁਖ ਜਿਹੜੇ ਕਰਾਮਾਂ ਦਿਖਾਉਂਦੇ ਨੇ ਉਹ ਸਮਝ ਲਓ ਕਹਿਰ ਦਾ ਨਾਮ ਹੈ। ਤੇ ਜਿੱਥੇ ਕਹਿਰ ਹੋਵੇ ਉੱਥੇ ਨੁਕਸਾਨ ਹੁੰਦਾ, ਜਾਂ ਆਪ ਦਾ ਜਾਂ ਹੋਰ ਕਿਸੇ ਦਾ। ਤੋ ਇਸ ਲਈ ਰੱਬ ਦੇ ਪਿਆਰੇ ਭਗਤੀ ਕਰਦੇ ਨੇ, ਅਰਦਾਸ ਕਰਕੇ ਹੀ ਰੱਬ ਨੂੰ ਮਨਾਉਂਦੇ ਨੇ, ਕਰਾਮਾਤ ਨਹੀਂ ਦਿਖਾਉਂਦੇ ਹਨ। ਉਹਨਾਂ ਦਾ ਮੁਖ ਉਜਲਾ ਹੁੰਦਾ ਹੈ, ਜਿਨ੍ਹਾਂ ਦੀ ਔਗਣ ਕੱਟ ਦਿੱਤੇ ਨੇ। ਹਰਿ ਨਾਮ ਤਰਾਏ, ਕਿਉਂਕਿ ਉਸ ਨੂੰ ਹਰੀ ਪਰਮੇਸ਼ਰ ਆਪ ਗੁਰਾਂ ਦੁਆਰਾ ਨਾਮ ਰੂਪ ਜਹਾਜ਼ ਤੇ ਚਾੜ ਕੇ ਸੰਸਾਰ ਸਮੁੰਦਰ ਤੋਂ ਤਾਰਨਾ ਕਰਦਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਜਨਮ ਮਰਨ ਭਾਉ ਕਟਿਓ ਨਾ, ਉਹਨਾਂ ਦਾ ਪਰਮੇਸ਼ਰ ਨੇ ਜੰਮਣ ਦੇ ਮਰਨ ਦਾ ਡਰ ਕੱਟ ਸੁੱਟਿਆ ਹੈ। ਜੋਨ ਨਾ ਪਾਏ, ਪਰ ਫਿਰ ਮੁੜ ਕੇ ਉਹਨਾਂ ਨੂੰ ਜੂਨਾਂ 'ਚ ਨਹੀਂ ਪਾਉਂਦਾ ਹੈ। ਅੰਧ ਕੂਪ ਤੇ ਕਾਢਿਆ ਨਾ, ਪਰਮੇਸ਼ਰ ਨੇ ਜਿਸ ਨੂੰ ਲੜ ਆਪ ਫੜਾਏ। ਆਪਣਾ ਸ਼ਰਨ ਰੂਪ ਲੜ, ਪ੍ਰੇਮ ਰੂਪ ਲੜ, ਸਤ ਸੰਗਤ ਰੂਪ ਪੱਲਾ ਪਕੜਾ ਕੇ ਅਗਿਆਨ ਦਾ ਰੂਪ ਹਨੇਰੇ ਵਾਲੇ ਸੰਸਾਰ ਦੇ ਅੰਨੇ ਖੂਹ ਤੋਂ ਬਾਹਰ ਕੱਢ ਲਿਆ ਹੈ। ਨਾਨਕ ਬਖਸ਼ ਮਿਲਾਇਆ ਨਾ, ਬਸ ਗੱਲ ਤਾਂ ਬਖਸ਼ਿਸ਼ ਦੀ ਹੈ। ਜਿਸ ਨੂੰ ਬਖਸ਼ ਲੈ ਹੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਬਖਸ਼ਿਆਂ ਦੀ ਨਿਸ਼ਾਨੀ ਕੀ ਹੈ ਕਿ ਉਹ ਹਮੇਸ਼ਾ ਵਾਹਿਗੁਰੂ ਜੀ ਦਾ ਜਸ ਕਰਦੇ ਰਹਿੰਦੇ ਨੇ। ਸਮਝ ਲਓ ਇਹ ਕਥਾ ਸਾਨੂੰ ਪ੍ਰਾਪਤ ਹੋਈ ਹੈ, ਕੀਰਤਨ ਪ੍ਰਾਪਤ ਹੋਇਆ, ਬਾਣੀ ਦਾ ਨਿਤਨੇਮ ਪਾਠ ਪੂਜਾ ਪ੍ਰਾਪਤ ਹੋਈ, ਤਾਂ ਸਮਝਣਾ ਚਾਹੀਦਾ ਵਾਹਿਗੁਰੂ ਨੇ ਸਾਨੂੰ ਬਖਸ਼ ਲਿਆ।
1 ਮਿੰਟ ਲਈ ਭਾਵੇਂ ਬਖਸ਼ਿਆ, ਪਰ ਬਖਸ਼ ਤਾਂ ਲਿਆ ਨਾ। ਭਾਵੇਂ 5 ਮਿੰਟ ਲਈ ਬਖਸ਼ਿਆ ਤਾਂ ਸਹੀ, ਭਾਵੇਂ ਅੱਧੇ ਘੰਟੇ ਲਈ, ਭਾਵੇਂ ਘੰਟੇ ਲਈ ਬਖਸ਼ੇ ਤਾਂ ਗਏ ਨਾ। ਉਹਦੀ ਨਿਗਾਹ ਤਾਂ ਇੱਕ ਵਾਰ ਪੈ ਗਈ, ਚਲੋ ਹੌਲੀ ਹੌਲੀ ਉਹੀ ਬਖਸ਼ੇ ਜਾਵਾਂਗੇ। 8 ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਸੋ ਜਿਨ੍ਹਾਂ ਨੂੰ ਬਖਸ਼ਿਆ ਹੈ ਉਹਨਾਂ ਨੂੰ ਆਪ ਦੇ ਨਾਲ ਮਿਲਾਇਆ। ਉਸ ਤਰ੍ਹਾਂ ਬੰਦਾ ਗੁਰਦੁਆਰੇ ਆ ਹੀ ਨਹੀਂ ਸਕਦਾ, ਬਖਸ਼ਿਆ ਹੋਇਆ ਹੀ ਮਿਲਦਾ ਹੈ। ਪਾਵਨ ਲਹਿਣਾ ਜੀ ਨੂੰ ਬਖਸ਼ ਲਿਆ ਤਾਂ ਆਪ ਦੇ ਦਰਸ਼ਨ ਦਿੱਤੇ। ਗੁਰੂ ਅਮਰਦਾਸ ਜੀ ਨੂੰ ਬਖਸ਼ ਲਿਆ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪ੍ਰਾਪਤੀ ਹੋਈ। ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਬਖਸ਼ ਕੇ ਆਪਣੇ ਨਾਲ ਮਿਲਾਇਆ। ਤੋ ਇਸ ਤਰ੍ਹਾਂ ਫਿਰ ਅਨੇਕਾਂ ਸੰਤਾਂ ਗੁਰਸਿੱਖਾਂ ਭਗਤਾਂ ਨੂੰ ਬਖਸ਼ ਕੇ ਮਾਰਨੇ ਦਰਸ਼ਨ ਦਿੱਤੇ। ਪਰਮੇਸ਼ਰ ਨੇ ਜਿਹੜੇ ਗੁਰੂ ਨਾਲ ਆਪਣੇ ਨਾਲ ਮਿਲੇ ਨੇ, ਫਿਰ ਗੁਰੂ ਦੇ ਰਾਹੀਂ ਪਰਮੇਸ਼ਰ ਨੇ ਬਖਸ਼ ਕੇ ਆਪਣੇ ਨਾਲ ਮਿਲਾਇਆ। ਸੰਗਤ ਦੇ ਚਰਨਾਂ, ਗੁਰੂ ਦੇ ਚਰਨਾਂ ਪਿੱਛੇ ਕਈਆਂ ਨੂੰ ਮਹਾਰਾਜ ਨੇ ਬਖਸ਼ਿਆ। ਉਹਨੂੰ ਆਪ ਦੇ ਸੱਚ ਰੂਪ ਦੀ ਬਖਸ਼ਿਸ਼ ਕਰਕੇ ਆਪਣੇ ਨਾਲ ਮੇਲ ਲਿਆ ਹੈ। ਗੱਲ ਲਾਏ ਉਹਨਾਂ ਦੀ ਔਗਣ ਬਖਸ਼ ਕੇ ਆਪਣੇ ਅਭੇਦ ਨਿਸ਼ਚੇ ਰੂਪ ਗੱਲ ਨਾਲ ਲਾ ਕੇ ਸੰਤ ਗੁਰਸਿੱਖ ਭਗਤਾਂ ਨੂੰ ਵਾਹਿਗੁਰੂ ਜੀ ਨੇ ਆਪ ਰੱਖਣਾ ਕੀਤਾ ਹੈ। ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਮਾਫ ਕਰਨੀਆਂ, ਅੱਗੇ ਤੋਂ ਸਮਤ ਬਖਸ਼ਣੀ। ਅੰਧਕੂਪ ਤੇ ਕਾਢਿਆ ਨਾ, ਲੜ ਆਪ ਫੜਾਏ, ਨਾਨਕ ਬਖਸ਼ ਮਿਲਾਇਆ ਨਾ, ਰੱਖੇ ਗਲ ਲਾਏ। ਵਾਹਿਗੁਰੂ ਜੀ ਕਾ ਖਾਲਸਾ,